ਬੱਸਾਂ 'ਚ ਆ ਕੇ ਜਦੋਂ ਵੇਚਣ ਵਾਲਾ ਦਾ ਦੋਸਤੋ ਜੀ ਮੇਰੇ ਵੱਲ ਕਰਨਾ ਧਿਆਨ ਜੀ, ਮੈਨੂੰ ਸਭ ਕਹਿੰਦੇ ਨੇ ਹਕੀਮ ਸੁਲੇਮਾਨ ਜੀ। ਮੇਰੇ ਸਾਰੇ ਵੱਡੇ ਸਨ ਮੁੱਢ ਤੋਂ ਹਕੀਮ ਜੀ, ਜਾਣਦੇ ਸੀ ਬੂਟੀਆਂ ਦੀ ਜਮਾ ਤਕਸੀਮ ਜੀ। ਬੱਸਾਂ ਵਿੱਚ ਵੇਚਦਾ ਹਾਂ ਸੁਰਮਾ ਸ਼ਫਾਈ ਏ, ਡੱਬੀ ਵਿੱਚ ਪਤੇ ਵਾਲੀ ਪਰਚੀ ਵੀ ਪਾਈ ਏ। ਸੁਣ ਲਓ ਨੁਸਖਾ ਤੇ ਘਰ 'ਚ ਬਣਾ ਲਓ, ਜਾਂ ਉੱਤੇ ਲਿਖੇ ਹੋਏ ਪਤੇ ਤੇ ਮੰਗਾ ਲਓ। ਲੜ ਜਾ ਵੱਡੇ ਮੂੰਹ ਅੱਖ ਚੋਬ ਨਾਲ ਸੁੱਜ ਜਾਏ, ਅੱਖ ਦੀ ਲਾਈਟ ਕਿਸੇ ਵਜ੍ਹਾ ਤੂੰ ਵੀ ਬੁੱਝ ਜਾਏ। ਕੋਈ ਵੀ ਸ਼ੌਹਰ ਰਿੰਜ ਨਾ ਨਿਕਲੇ, ਉਹ ਕਿਹੜਾ ਹੈ ਜਿੰਦੀ ਬੇਗਮ ਕੋਲੋਂ ਪਿੰਜ ਨਾ ਨਿਕਲੇ। ਮਾਰ ਕੁਟਾਈ ਲਿੱਤਰ ਪੌਲਾ ਕਰਕੇ ਤੇ ਸੱਗੀ ਘੁੱਟ ਕੇ ਆਖਣ ਤੇਰੀ ਹਿੰਜ ਨਾ ਨਿਕਲੇ। ਤੇ ਬੇਗਮ ਸਾਹਿਬਾ ਖਾ ਖਾ ਹੋ ਗਈ ਮੱਝ ਵਾਂਗੂ, ਸ਼ੌਹਰ ਵਿੱਚੋਂ ਖੂਨ ਦੀ ਇੱਕ ਸਰਿੰਜ ਨਾ ਨਿਕਲੇ। ਤੇ ਹਫ਼ਤੇ ਵਿੱਚ 2 ਵਾਰ ਜੋ ਧੋਪੇ ਲੀੜਿਆਂ ਵਾਂਗੂ, ਉਸ ਮੀਏ ਦੀ ਮੈਲ ਵਿਚਾਰੀ ਕਿੰਜ ਨਾ ਨਿਕਲੇ। ਜੀ ਨਾਜ਼ਰੀਨ, ਟੀਮ ਵਾਇਸ ਆਫ ਪੰਜਾਬ ਦੇ ਨਾਲ ਮੈਂ ਹਾਂ ਹਾਫਿਜ਼ ਖਾਲਿਦ ਤੇ ਅੱਜ ਵਾਇਸ ਆਫ ਪੰਜਾਬ ਦੀ ਟੀਮ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਨਾਲ ਮੌਜੂਦ ਆ ਤੇ ਸਾਡੇ ਅੱਜ ਦੇ ਮਹਿਮਾਨ ਨੇ ਮੁਹਤਰਮ ਜਨਾਬ ਸ਼ਹਿਜ਼ਾਦ ਖਾਨ ਪੀਕੇ ਸਾਹਿਬ। ਇਹਨਾਂ ਦਾ ਬਹੁਤ ਸ਼ੁਕਰੀਆ, ਇਹਨਾਂ ਨੇ ਆਪਦਾ ਕੀਮਤੀ ਟਾਈਮ ਜਿਹੜਾ ਵਾਇਸ ਆਫ ਪੰਜਾਬ ਦੀ ਟੀਮ ਨੂੰ ਦਿੱਤਾ। ਇਹ ਪੰਜਾਬ ਦੇ ਇੱਕ ਐਸੇ ਸ਼ਹਿਰ ਤੋਂ ਤਾਲੁਕ ਰੱਖਦੇ ਨੇ ਜਿਹੜਾ ਬੜਾ ਹੀ ਖੂਬਸੂਰਤ ਸਰ ਸਬਜ਼ੋ ਸ਼ਾਦਾਬ ਹੜੱਪਾ, ਔਰ ਹੜੱਪਾ ਦੀ ਸਰਜ਼ਮੀਨ ਦੇ ਨੌਜਵਾਨ ਪੰਜਾਬੀ ਸ਼ਾਇਰੀ ਨੂੰ ਬੜੇ ਸ਼ੌਕ ਨਾਲ ਜਿਹੜਾ ਨਾ ਲਿਖਦੇ ਔਰ ਗਾਉਂਦੇ ਨੇ। ਔਰ ਅਗਰ ਮੈਂ ਮਜ਼ੀਦ ਇਹਨਾਂ ਦਾ ਤਾਰਫ ਕਰਾਵਾਂ ਤੇ ਮਜ਼ਾਹੀਆ ਸ਼ਾਇਰੀ ਦੇ ਵਿੱਚ ਇਹਨਾਂ ਦਾ ਇੱਕ ਆਪਣਾ ਹੀ ਨਾਮ ਆ। ਤੁਹਾਨੂੰ ਪਾਕਿਸਤਾਨ ਦੇ ਨੈਸ਼ਨਲ ਟੀਵੀ ਚੈਨਲਾਂ ਉੱਤੇ ਬਹੁਤ ਦਫਾ ਨਜ਼ਰ ਆਉਣ ਵਾਲੀ ਇਹ ਸ਼ਖਸੀਅਤ ਅੱਜ ਵਾਇਸ ਆਫ ਪੰਜਾਬ ਦੇ ਪਲੇਟਫਾਰਮ ਤੇ ਆ। ਜੁੜੇ ਰਹੀਓ ਵਾਇਸ ਆਫ ਪੰਜਾਬ ਦੇ ਨਾਲ। ਸ਼ਹਿਜ਼ਾਦ ਭਾਈ, ਸਾਡਾ ਅੱਜ ਦਾ ਪਹਿਲਾ ਸਵਾਲ ਕਿ ਤੁਹਾਡੇ ਨਾਮ ਦੇ ਨਾਲ ਪੀਕੇ ਲੱਗ ਰਿਹਾ, ਪੀਕੇ ਦਾ ਕੀ ਮਤਲਬ? ਜੀ ਪੀਕੇ ਦਾ ਮਤਲਬ ਇਹ ਹੈ ਕਿ ਜਦੋਂ ਮੈਂ ਇਸ ਸ਼ਾਇਰੀ 'ਚ ਆਇਆ ਤੇ ਮੈਨੂੰ ਮਹਿਸੂਸ ਹੋਇਆ ਕਿ ਸ਼ਹਿਜ਼ਾਦ ਖਾਨ ਤਾਂ ਕਾਫੀ ਨੇ, ਲੇਕਿਨ ਅਗਰ ਸਰਚ ਕੀਤਾ ਜਾਵੇ YouTube ਤੇ ਸ਼ਹਿਜ਼ਾਦ ਖਾਨ ਪੀਕੇ ਕੋਈ ਨਹੀਂ। ਤੇ ਮੈਂ ਉਹ ਆਸਾਨੀ ਵਾਸਤੇ ਆਪ ਦੇ ਨਾਂ ਦੇ ਨਾਲ ਪੀਕੇ ਲਗਾਇਆ ਤਾਂ ਕਿ YouTube ਜਾਂ ਕਿਸੇ ਚੈਨਲ ਤੋਂ ਆਸਾਨੀ ਨਾਲ ਮੈਂ ਸਰਚ ਕੀਤਾ ਜਾਵਾਂ। ਤੁਸੀਂ ਪੀਕੇ ਦਾ ਮਤਲਬ ਪਾਕਿਸਤਾਨ ਲੈਂਦੇ ਹੋ, ਕੀ ਲੈਂਦੇ? ਮੇਰਾ ਖਿਆਲ ਹੈ ਕਿ ਮੈਂ ਜ਼ਾਤੀ ਤੌਰ 'ਤੇ ਤਾਂ ਪਾਕਿਸਤਾਨ ਹੀ ਇਹਨੂੰ ਜ਼ੇਨ 'ਚ ਪਾਇਆ ਸੀ, ਲੇਕਿਨ ਹੁਣ ਕਹਿੰਦੇ ਨੇ ਕਿ ਜੀ ਇੰਡੀਆ ਦੀ ਜਿਹੜੀ ਫਿਲਮ ਹੈ ਪੀਕੇ ਉਹਦੇ ਨਾਲ ਤੁਸੀਂ ਰਲਾਇਆ ਤਾਂ ਉਹਦੀ ਮੁਸ਼ਾਬਤ ਤੁਸੀਂ ਇਸ ਵਾਸਤੇ ਰੱਖਿਆ, ਲੇਕਿਨ ਮੈਂ ਐਜ਼ ਏ ਪਾਕਿਸਤਾਨੀ ਇਹਨੂੰ ਪੀਕੇ ਰੱਖਿਆ। ਸ਼ਹਿਜ਼ਾਦ ਭਾਈ, ਤੁਹਾਡਾ ਇੱਕ ਇਜਾਜ਼ ਇਹ ਵੀ ਹੈ ਕਿ ਤੁਹਾਡਾ ਤਾਲੁਕ ਹੜੱਪੇ ਦੀ ਸਰਜ਼ਮੀਨ ਤੋਂ, ਕੈਸਾ ਲੱਗਦਾ ਹੈ? ਬਹੁਤ ਅੱਛਾ ਲੱਗਦਾ ਹੈ ਮੈਨੂੰ। ਇਹਦੇ ਨਾਲ ਇਤਨੀ ਆਸਾਨੀ ਹੈ ਕਿ ਮੈਨੂੰ ਜਦੋਂ ਹੀ ਮੈਂ ਕਿਸੇ ਮੁਸ਼ਾਇਰੇ ਜਾਣਾ ਤੇ ਮੈਨੂੰ ਜ਼ਿਆਦਾ ਕਹਿਣਾ ਕਿ ਇੰਟਰੋਡਕਸ਼ਨ ਨਹੀਂ ਕਰਾਉਣੀ ਪੈਂਦੀ ਬੰਦਿਆਂ ਨੂੰ। ਆਲ ਵਰਲਡ 'ਚ ਹੜੱਪੇ ਮੇਰੇ ਸ਼ਹਿਰ ਦਾ ਬਹੁਤ ਜ਼ਿਆਦਾ ਨਾਂ ਹੈ ਅਤੇ ਬਹੁਤ ਰਿਸਪੈਕਟ ਦਿੱਤੀ ਜਾਂਦੀ, ਅਤੇ ਇਹਦੀ ਵਜ੍ਹਾ ਤੋਂ ਮੈਨੂੰ ਬਹੁਤ ਇਹਦੀ ਨਿਸਬਤ ਨਾਲ ਵੀ ਮੈਨੂੰ ਥੋੜ੍ਹਾ ਜਿਹਾ ਫੇਮ ਹਾਸਿਲ ਹੋਇਆ। ਬਾਕੀ ਰਹਿ ਗਈ ਇਹਦੇ ਇਸ ਤੁਸੀਂ ਕਿਹਾ ਕਿ ਇਹਦੀ ਜਿਹੜੀ ਮਿੱਟੀ 'ਚ ਤੁਸੀਂ ਮੇਰੀ ਪੈਦਾਇਸ਼ ਹੈ, ਅਤੇ ਜਿਸ ਤਰ੍ਹਾਂ ਇਹਨੂੰ ਕਈ ਦਫਾ ਬਰਬਾਦੀਆਂ ਅਤੇ ਆਬਾਦੀਆਂ ਹੋਈਆਂ ਨੇ ਹੜੱਪੇ ਨੂੰ, ਇਸ ਤਰ੍ਹਾਂ ਮੇਰੀ ਸ਼ਾਇਰੀ 'ਚ ਵੀ ਕਈ ਦਫਾ ਉਤਾਰ ਚੜਾਓ ਆਏ ਨੇ। ਮੈਂ ਪਹਿਲੇ ਮਜ਼ਾਹੀਆ ਨਹੀਂ ਲਿਖਦਾ ਸਾਂ, ਸੀਰੀਅਸ ਸਾਂ, ਲੇਕਿਨ ਉਹਨੂੰ ਫੇਮ ਨਹੀਂ ਮਿਲ ਰਿਹਾ ਸੀ। ਫਿਰ ਮੈਂ ਸੋਚਿਆ ਕਿ ਯਾਰ ਮੈਨੂੰ ਕੁਛ ਐਸਾ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਮੈਨੂੰ ਥੋੜ੍ਹਾ ਫੇਮ ਮਿਲੇ, ਮੈਂ TV ਤੱਕ ਆਵਾਂ। ਫਿਰ ਮੈਂ ਉਸਤਾਦ ਅਨਵਰ ਮਸੂਦ ਸਾਹਿਬ ਉਹਨਾਂ ਨਾਲ ਰਾਬਤਾ ਕੀਤਾ ਅਤੇ ਉਹਨਾਂ ਕੋਲੋਂ ਮੈਂ ਬਾਕਾਇਦਾ ਇਸ ਦਾ ਸ਼ਾਗਿਰਦੀ ਇਖਤਿਆਰ ਕੀਤੀ। ਉਹਨਾਂ ਨੇ ਮੈਨੂੰ ਦੁਆ ਦਿੱਤੀ ਅਤੇ ਉਸ ਤੋਂ ਮੈਂ ਆਗਾਜ਼ ਕੀਤਾ। ਅਲਹਮਦੁਲਿਲਾ ਅੱਜ ਮੈਂ TV ਚੈਨਲ ਤੱਕ ਵੀ ਹਾਂ ਔਰ ਮਜ਼ਾਹੀਆ ਮੁਸ਼ਾਇਰੇ ਵੀ ਆਲ ਪਾਕਿਸਤਾਨ ਕਰ ਰਿਹਾ। ਇਹਦੇ 'ਚ ਮੈਂ ਕੰਫਰਟ ਜ਼ਾਹਿਰ ਕਰ ਰਿਹਾ। ਸੰਜੀਦਾ ਸ਼ਾਇਰੀ ਦਾ ਤੁਸੀਂ ਜ਼ਿਕਰ ਕੀਤਾ। ਪਾਕਿਸਤਾਨ ਦੇ ਪੰਜਾਬ ਦੇ ਜਿਹੜੇ ਸੰਜੀਦਾ ਸ਼ਾਇਰ ਨੇ, ਜਾਂ ਤਾਂ ਮੁਹੱਬਤ 'ਚ ਫੇਲ ਹੋ ਕੇ ਸ਼ਾਇਰ ਬਣਦੇ ਨੇ ਅਤੇ ਜਾਂ ਕੁਦਰਤੀ ਤੌਰ 'ਤੇ ਉਹਨਾਂ ਦੇ ਸ਼ਾਇਰੀ ਦਾ ਨਜ਼ੂਲ ਹੁੰਦਾ। ਤੁਸੀਂ ਕਿਹੜੇ ਸੰਜੀਦਾ ਸ਼ਾਇਰ ਸੀ? ਮੇਰਾ ਖਿਆਲ ਹੈ ਜਦੋਂ ਮੈਂ ਸੰਜੀਦਾ ਸਾਂ ਉਦੋਂ ਤੁਸੀਂ ਕਹਿ ਲਓ ਕਿ ਮੁਹੱਬਤ 'ਚ ਫੇਲ ਹੋਣ ਵਾਲਾ ਸ਼ਾਇਰ ਸਾਂ, ਲੇਕਿਨ ਜਿਹੜੇ ਕਿ ਹੁਣ ਮੈਂ ਅਗਰ ਮਜ਼ਾਹੀਆ ਹਾਂ ਤਾਂ ਮੈਂ ਆਪਣੀ ਇੱਕ ਜ਼ਿੰਦਗੀ ਨੂੰ ਅੱਛਾ ਬਣਾਉਣ ਵਾਸਤੇ ਔਰ ਆਪਣੇ ਆਪ ਨੂੰ ਖੁਸ਼ ਔਰ ਇਸ ਜਹਾਨ ਨੂੰ ਖੁਸ਼ ਕਰਨ ਵਾਸਤੇ ਔਰ ਇਸ ਜੋ ਪੁਰਫਿਤਨ ਜਿਹਾ ਦੌਰ ਜਾ ਰਿਹਾ ਹੈ ਇਹਦੇ ਵਿੱਚ ਹਰ ਬੰਦੇ ਦੀ ਮੂੰਹ 'ਤੇ ਹੰਸੀ ਲਿਆਉਣ ਦੀ ਕੋਸ਼ਿਸ਼ ਵਿੱਚ ਇਸ ਮੈਂ ਮਜ਼ਾਹੀਆ ਸ਼ਾਇਰੀ ਨੂੰ ਅਪਣਾਇਆ। ਸ਼ਹਿਜ਼ਾਦ ਭਾਈ, ਅਗਰ ਮੈਂ ਐਜੂਕੇਸ਼ਨ ਦੀ ਗੱਲ ਕਰਾਂ, ਤਾਲੀਮ ਦੀ ਗੱਲ ਕਰਾਂ, ਤਾਂ ਸ਼ਹਿਜ਼ਾਦ ਭਾਈ ਕਿੰਨੀ ਦੇਰ ਸਕੂਲੇ ਰਹੇ ਨੇ? ਮੈਂ ਤਾਲੀਮ ਤੁਹਾਨੂੰ ਦੱਸਾਂ ਅਤੇ ਕੀ ਦੱਸਾਂ, ਬਿਲਕੁਲ ਹੀ ਤਾਲੀਮ ਪ੍ਰਾਇਮਰੀ ਹੈ। ਇਸ ਤੋਂ ਬਾਅਦ ਮੇਰੀ ਤਾਲੀਮ ਨਹੀਂ। ਅਗਰ ਮੈਂ ਤਾਲੀਮ ਵਿੱਚ ਕੁਛ ਅੱਛਾ ਹੁੰਦਾ ਤਾਂ ਤਾਲੀਮ ਤਾਂ ਮੇਰੀ 5 ਤੱਕ ਵੀ ਅੱਛੀ ਸੀ, ਮੈਂ ਮਾਸ਼ਾਅੱਲਾ ਫਸਟ ਆਉਂਦਾ ਰਿਹਾ, ਲੇਕਿਨ ਤਾਲੀਮ ਅੱਛੀ ਹੁੰਦੀ ਤਾਂ ਮੈਂ ਸ਼ਾਇਦ ਮਜ਼ਾਹੀਆ ਸ਼ਾਇਰ ਨਾ ਬਣਦਾ। ਫਿਰ ਮੈਂ ਕੋਈ ਸੰਜੀਦਾ ਬਹੁਤ ਜ਼ਿਆਦਾ ਉੱਪਰ ਜਾਂਦਾ। ਮਜ਼ਾਹੀਆ ਚੁਣਨ ਦਾ ਵੀ ਮੇਰਾ ਇੱਕ ਵੱਡਾ ਵਿੱਚ ਲੌਜਿਕ ਇਹ ਸੀ ਕਿ ਮੇਰੇ ਕੋਲ ਇਤਨੀ ਤਾਲੀਮ ਨਹੀਂ ਸੀ ਕਿ ਮੈਂ ਅਗਰ ਵੱਡੀ ਸ਼ਾਇਰੀ ਮੈਂ ਕਿਸੇ ਨੂੰ ਸੁਣਾਈ ਵੀ ਨਾ ਵੱਡੇ ਸ਼ਾਇਰ ਨੂੰ, ਤਾਂ ਉਹਨੇ ਕਿਹਾ ਯਾਰ ਇਹਦੇ 'ਚ ਇਤਨਾ ਜਿਹੜਾ ਹੈ ਤੁਹਾਡਾ ਨਹੀਂ ਦਮ ਨਹੀਂ, ਲਿਹਾਜ਼ਾ ਮੈਨੂੰ ਥੋੜ੍ਹੀ ਜੋ ਜ਼ੇਨ ਜਿਹੜਾ ਨਾ ਮੇਰਾ ਉਸ ਨੂੰ ਮੰਨਦਾ ਨਹੀਂ ਸੀ ਵੀ ਯਾਰ ਮੈਂ ਸ਼ਾਇਰ ਵੀ ਹਾਂ ਲੇਕਿਨ ਮੇਰਾ ਇਸ ਮੰਨਿਆ ਨਹੀਂ ਜਾ ਰਿਹਾ। ਫਿਰ ਮੈਂ ਉਹ ਵੀ ਇੱਦੋਂ ਵੀ ਹੋ ਕੇ ਅਤੇ ਮੈਂ ਇਸ ਨੂੰ ਮਜ਼ਾਹੀਆ ਸ਼ਾਇਰੀ ਨੂੰ ਚੁਣਿਆ ਅਤੇ ਇਹਦੇ 'ਚ ਬਹੁਤ ਕੰਫਰਟ ਹੈ। ਪੰਜਾਬ ਦੇ ਜਿਹੜੇ ਸ਼ਾਇਰ ਨੇ ਇਹਨਾਂ ਦਾ ਜ਼ਰੀਆ ਮੁਆਸ਼ ਮੈਂ ਘੱਟ ਹੀ ਵੇਖਿਆ ਹੈ, ਜਨਾਬ ਕੀ ਕਰਦੇ ਨੇ? ਮੇਰਾ ਬੇਸਿਕ ਟੇਲਰਿੰਗ ਦਾ ਕੰਮ ਹੈ, ਸਿਲਾਈ ਦਾ। ਐਨਕ ਵੀ ਮਾਸ਼ਾਅੱਲਾ ਇਸੇ ਟੇਲਰਿੰਗ ਨੇ ਮੈਨੂੰ ਤੋਹਫੇ 'ਚ ਦਿੱਤੀ ਹੈ
ਤੇ ਹੁਣ ਜ਼ਰੀਆ ਮੁਆਸ਼ ਤਾਂ ਤਕਰੀਬਨ ਸ਼ਾਇਰੀ ਹੈ, ਟੇਲਰਿੰਗ ਤਾਂ ਮੇਰੇ ਭਾਈ ਕਰ ਰਹੇ ਨੇ, ਬਸ ਉਹਦੇ 'ਚ ਕੁਛ ਹਲਕਾ ਫੁਲਕਾ ਮੇਰਾ ਵੀ ਸ਼ੇਰ ਹੈ, ਉਹਦੇ 'ਚ ਕੁਛ ਗੁਜ਼ਰ ਬਸਰ ਹੋ ਰਹੀ। ਅਸਲ ਮੇਰਾ ਅਗਰ ਮੈਂ ਉਧਰ ਮੇਰਾ ਜ਼ਿਹਨ ਹੁੰਦਾ ਤਾਂ ਫਿਰ ਮੈਂ ਸ਼ਾਇਰ ਨਾ ਹੁੰਦਾ, ਮੈਂ ਉਹਨੂੰ ਪਿੱਛੇ ਕੀਤਾ ਤੇ ਫਿਰ ਸ਼ਾਇਰੀ ਨੂੰ ਅੱਗੇ ਕੀਤਾ। ਅੱਜ ਜਿਹੜੇ ਵੀ ਹਾਲਾਤ ਅੱਲਾ ਨੇ ਦਿੱਤੇ ਨੇ ਬਹੁਤ ਬਿਹਤਰ ਨੇ ਅਲਹਮਦੁਲਿਲਾ, ਔਰ ਸ਼ਾਇਰੀ ਮੈਨੂੰ ਦਿਲੋਂ ਜਾਨ ਤੋਂ ਬਹੁਤ ਜ਼ਿਆਦਾ ਪਿਆਰੀ ਹੈ। ਪਾਕਿਸਤਾਨ ਦੇ ਕਿੰਨੇ ਟੀਵੀ ਚੈਨਲਾਂ ਤੇ ਜਾਣ ਦਾ ਇਤਫਾਕ ਹੋਇਆ? ਟੀਵੀ ਚੈਨਲ ਵਿੱਚ GNN ਨਿਊਜ਼ ਤੇ ਮੈਂ 8 ਪ੍ਰੋਗਰਾਮ ਕੀਤੇ ਨੇ, ਜੁਨੇਦ ਸਲੀਮ ਦਾ ਦੇਸਬੁੱਕ ਪ੍ਰੋਗਰਾਮ, ਨਸੀਮ ਵਿਕੀ ਤੇ ਸੁਹਾਨਾ ਸਿਆਲ, ਇਹਨਾਂ ਦੇ ਨਾਲ 8 ਪ੍ਰੋਗਰਾਮ ਮੈਂ ਉਹਦੇ ਕਰਕੇ ਆਇਆ। ਔਰ ਇੱਕ ਪ੍ਰੋਗਰਾਮ ਮੈਂ ਮਜ਼ਾਕਰਾਤ ਵਿੱਚ ਜਿਹੜਾ ਆਪਣਾ ਇਮਰਾਨ ਅਸ਼ਰਫ ਸਾਹਿਬ ਉਹਦੇ ਨਾਲ ਰੀਸੈਂਟ ਜਿਹੜੇ ਹੁਣ ਰੋਜ਼ੇ ਗੁਜ਼ਰੇ ਨੇ 2026 ਦੇ, ਇਹਦੇ 'ਚ ਮੈਂ ਉਹ ਪ੍ਰੋਗਰਾਮ ਕਰ ਰਿਹਾ। ਇਹਨਾਂ ਪ੍ਰੋਗਰਾਮਾਂ 'ਚ ਸਭ ਤੋਂ ਜ਼ਿਆਦਾ ਫੇਮਸ ਹੋਣ ਵਾਲੀ ਤੁਹਾਡੀ ਸ਼ਾਇਰੀ ਕਿਹੜੀ ਸੀ, ਸਾਨੂੰ ਸੁਣਾਓਗੇ? ਇਹਨਾਂ ਪ੍ਰੋਗਰਾਮਾਂ 'ਚ ਜਿਹੜੀ ਸਭ ਤੋਂ ਜ਼ਿਆਦਾ ਫੇਮਸ ਮੇਰੀ ਸ਼ਾਇਰੀ ਹੋਈ ਆ ਉਹ ਹੈ ਮੇਰੀ ਗੱਲ ਤੂੰ ਕੋਈ ਵੀ ਸ਼ੌਹਰ ਰਿੰਜ ਨਾ ਨਿਕਲੇ, ਉਹ ਕਿਹੜਾ ਹੈ ਜਿੰਦੀ ਬੇਗਮ ਕੋਲੋਂ ਪਿੰਜ ਨਾ ਨਿਕਲੇ, ਮਾਰ ਕੁਟਾਈ ਲਿੱਤਰ ਪੌਲਾ ਕਰਕੇ ਤੇ ਸੱਗੀ ਘੁੱਟ ਕੇ ਆਖਣ ਤੇਰੀ ਹਿੰਜ ਨਾ ਨਿਕਲੇ, ਤੇ ਬੇਗਮ ਸਾਹਿਬਾ ਖਾ ਖਾ ਹੋ ਗਈ ਮੱਝ ਵਾਂਗੂ, ਸ਼ੌਹਰ ਵਿੱਚੋਂ ਖੂਨ ਦੀ ਇੱਕ ਸਰਿੰਜ ਨਾ ਨਿਕਲੇ, ਤੇ ਹਫਤੇ ਵਿੱਚ 2 ਵਾਰ ਜੋ ਧੋਪੇ ਲੀੜਿਆਂ ਵਾਂਗੂ, ਉਸ ਮੀਆਂ ਦੀ ਮੈਲ ਵਿਚਾਰੀ ਕਿੰਜ ਨਾ ਨਿਕਲੇ, ਤੇ ਸ਼ਿਮਲੇ ਨੀਵੇਂ ਕੀਤੇ ਪੀਰਾਂ ਮਾਰੀਆਂ ਨੇ, ਮੁੱਛ ਨੂੰ ਵੱਟ ਕੇ ਕੋਈ ਬਾਜ਼ਾਰ ਵਿੱਚ ਇੰਜ ਨਾ ਨਿਕਲੇ, ਮੇਰੀ ਗੱਲ ਤੂੰ ਕੋਈ ਵੀ ਸ਼ੌਹਰ ਰਿੰਜ ਨਾ ਨਿਕਲੇ, ਉਹ ਕਿਹੜਾ ਹੈ ਜਿੰਦੀ ਬੇਗਮ ਕੋਲੋਂ ਪਿੰਜ ਨਾ ਨਿਕਲੇ। ਸ਼ਹਿਜ਼ਾਦ ਭਾਈ ਬੜਾ ਮਾਸ਼ਾਅੱਲਾ ਮਜ਼ਾ ਆਇਆ। ਕਿਤੇ ਕੋਈ ਮਰਦਾਂ ਦੇ ਹੱਕ 'ਚ ਵੀ ਗੱਲ ਲਿਖੀ ਹੈ? ਮਰਦਾਂ ਦੇ ਹੱਕ 'ਚ ਮੈਂ ਨਹੀਂ ਲਿਖੀ, ਜਿਹੜਾ ਹੈ ਨਾ ਜ਼ਾਲਿਮ ਦੀ ਹਜੇ ਤੱਕ ਮੈਂ ਉਹਦੀ ਇੰਟਰੋਡਕਸ਼ਨ ਕਰ ਰਿਹਾ, ਮਜ਼ਲੂਮ ਦੀ ਨਹੀਂ ਕਰ ਰਿਹਾ। ਤੇ ਮਜ਼ਲੂਮ ਤੁਹਾਡੇ ਤੋਂ ਖਫਾ ਨਹੀਂ ਗਿਆ? ਬਿਲਕੁਲ ਕਹਿੰਦੇ ਨੇ ਮੈਨੂੰ, ਬੜੇ ਬੰਦੇ ਕਹਿੰਦੇ ਨੇ ਕਿ ਮੈਨੂੰ, ਬਲਕਿ ਆਖਦੇ ਨੇ ਕਿ ਜ਼ਿਆਦਾ ਹੀ ਤੁਹਾਡੇ ਤੇ ਤੁਹਾਡੀ ਬੇਗਮ ਦਾ ਕੰਟਰੋਲ ਹੈ, ਜਿਹੜਾ ਕਿ ਹੈ ਨਹੀਂ, ਲੇਕਿਨ ਹੈ ਨਹੀਂ। ਮੈਂ ਇਹਨੂੰ ਚੂਜ਼ ਕੀਤਾ, ਜ਼ਾਦ ਫਖਰੀ ਸਾਹਿਬ ਨੇ ਜਦੋਂ ਮਜ਼ਾਹ 'ਚ ਮੈਂ ਉਹਨਾਂ ਨੂੰ ਸੁਣਿਆ ਨਾ, ਤੇ ਮੈਨੂੰ ਮਹਿਸੂਸ ਹੋਇਆ ਕਿ ਜ਼ਾਦ ਫਖਰੀ ਨੇ ਇੱਕ ਟਿੰਡਿਆਂ ਵਾਂਗੂ ਪੱਕ ਗਿਆ ਹੁਣ, ਉਹਨੂੰ ਬੜਾ ਦੁਨੀਆ ਨੇ ਐਪਰੀਸ਼ੀਏਟ ਕੀਤਾ। ਤੇ ਮੈਂ ਉਹ ਸੋਚਿਆ ਕਿ ਯਾਰ ਜਿਹੜੀ ਇਹ ਬੇਗਮ ਦਾ ਮੌਜੂ ਹੈ ਨਾ, ਇਹਦੇ 'ਚ ਮੈਨੂੰ ਹੀ ਆਉਣਾ ਚਾਹੀਦਾ। ਇਹਦੇ ਬਾਰੇ ਮੇਰੇ ਕੋਲ ਬਹੁਤ ਜ਼ਿਆਦੀਆਂ ਨਜ਼ਮਾਂ ਕੀਤੇ, ਸਾਰੇ ਜ਼ਿਆਦਾਤਰ ਮੇਰੇ ਬੇਗਮ, ਇੰਜ ਕਰ ਲਓ ਕਿ ਮੈਂ ਬੇਗਮ ਦੇ ਬਾਰੇ ਯਾਨੀ ਕਿ ਸਪੈਸ਼ਲਿਸਟ ਹਾਂ ਸ਼ਾਇਰੀ ਵਿੱਚ। ਸ਼ਾਇਰੀ ਦਾ ਆਗਾਜ਼ ਕਿਹੜੇ ਸੰਨ ਤੋਂ ਕੀਤਾ, ਕਿੰਨੀ ਉਮਰ ਸੀ, ਤੇ ਜਿਹੜੀ ਪਹਿਲੀ ਸ਼ਾਇਰੀ ਸੀ ਉਹ ਕਿਸ ਸ਼ਕਲ ਦੇ ਵਿੱਚ ਸੀ? ਪਹਿਲੀ ਸ਼ਾਇਰੀ ਮੇਰੀ ਅਸਲ 'ਚ ਮਜ਼ਾਹੀਆ ਸੀ। ਮਜ਼ਾਹ ਤੋਂ ਬਾਅਦ ਮੈਂ ਸੰਜੀਦਾ ਸ਼ੁਰੂ ਕੀਤਾ ਸੀ, ਤੇ ਫਿਰ ਮੈਂ ਸੰਜੀਦਾ ਛੱਡ ਕੇ ਮਜ਼ਾਹ 'ਚ ਆਇਆ। ਮਜ਼ਾਹੀਆ ਸ਼ਾਇਰੀ 'ਚ ਮੈਂ ਪਹਿਲੀ ਜਿਹੜੀ ਨਜ਼ਮ ਕਹੀ ਸੀ ਜਾਂ ਲਿਖੀ ਸੀ ਉਹ ਸੀ ਸੁਰਮਾ। ਸੁਰਮਾ ਨਜ਼ਮ ਨੂੰ ਮੈਂ ਅੱਜ ਤੋਂ ਤਕਰੀਬਨ 22 ਤੋਂ 24 ਸਾਲ ਪਹਿਲੇ ਸ਼ੁਰੂ ਕੀਤਾ, ਤੇ ਜਿਹੜੀ ਕਿ ਅੱਜ ਵੀ ਮੇਰੀ ਕਹਿ ਸਕਦੇ ਹੋ ਕਿ ਉਹ ਉਸਤਾਦ ਨਜ਼ਮ ਹੈ ਕਿ ਉਹਨੂੰ ਕਰੈਕਸ਼ਨ ਕਰਦਿਆਂ ਕਰਦਿਆਂ ਮੈਂ ਸ਼ਾਇਰ ਬਣ ਗਿਆ। ਅੱਜ ਵੀ ਮੈਂ ਅਗਰ ਇਸ ਪਲੇਟਫਾਰਮ 'ਤੇ ਬੈਠਾ ਨਾ, ਤੇ ਉਸ ਨਜ਼ਮ ਨੂੰ ਮੈਂ ਕਾਫੀ ਵਾਰੀ ਉਹਨੂੰ ਚੇਂਜ ਕੀਤਾ, ਤੇ ਉਹਨੂੰ ਹਜੇ ਤੱਕ ਕਿਸੇ ਚੈਨਲ ਤੱਕ ਮੈਂ ਨਹੀਂ ਪੜ੍ਹਿਆ। ਅੱਜ ਸਾਡੇ ਨਾਜ਼ਰੀਨ ਦੇ ਜ਼ਰਾ ਗੋਸ਼ਗੁਜ਼ਾਰ ਕਰੋਗੇ? ਹਾਂ, ਉਹ ਨਜ਼ਮ ਸੁਰਮਾ ਹੈ, ਜਿਸ ਤਰ੍ਹਾਂ ਬੱਸਾਂ 'ਚ ਨਾ ਵੇਚਦੇ ਨੇ ਇੱਕ ਦਵਾਈਆਂ, ਉਸ ਤਰ੍ਹਾਂ ਮੈਂ ਉਹਨੂੰ ਤਿਆਰ ਕੀਤਾ ਸੀ ਕਿ ਦੋਸਤੋ ਜੀ, ਬੱਸਾਂ 'ਚ ਆ ਕੇ ਜਦੋਂ ਵੇਚਣ ਵਾਲਾ ਦਾ, ਦੋਸਤੋ ਜੀ ਮੇਰੇ ਵੱਲ ਕਰਨਾ ਧਿਆਨ ਜੀ, ਮੈਨੂੰ ਸਭ ਕਹਿੰਦੇ ਨੇ ਹਕੀਮ ਸੁਲੇਮਾਨ ਜੀ, ਮੇਰੇ ਸਾਰੇ ਵੱਡੇ ਸਨ ਮੁੱਢ ਤੋਂ ਹਕੀਮ ਜੀ, ਜਾਣਦੇ ਸੀ ਬੂਟੀਆਂ ਦੀ ਜਮਾ ਤਕਸੀਮ ਜੀ, ਬੱਸਾਂ ਵਿੱਚ ਵੇਚਦਾ ਹਾਂ ਸੁਰਮਾ ਸ਼ਫਾਈ ਏ, ਡੱਬੀ ਵਿੱਚ ਪਤੇ ਵਾਲੀ ਪਰਚੀ ਵੀ ਪਾਈ ਏ, ਸੁਣ ਲਓ ਨੁਸਖਾ ਤੇ ਘਰ 'ਚ ਬਣਾ ਲਓ, ਜਾਂ ਉੱਤੇ ਲਿਖੇ ਹੋਏ ਪਤੇ ਤੇ ਮੰਗਾ ਲਓ, ਲੜ ਜਾਵੇ ਡੇਮੂ ਅੱਖ ਚੋਬ ਨਾਲ ਸੁੱਜ ਜਾਏ, ਅੱਖ ਦੀ ਲਾਈਟ ਕਿਸੇ ਵਜ੍ਹਾ ਤੋਂ ਵੀ ਬੁੱਝ ਜਾਏ, ਮੇਰੀ ਇਹ ਦਵਾਈ ਉਸ ਅੱਖ ਲਈ ਘਿਓ ਹੈ, ਜਿਹੜੀ ਅੱਖ ਵਿੱਚੋਂ ਰਵੇ ਦਿਸਣਾ ਖੜੋ ਹੈ, ਮੇਰੇ ਸੁਰਮੇ ਦੀ ਦੂਰ ਤਾਈਂ ਗੂੰਜ ਏ, ਇਹਦੇ ਵਿੱਚ ਪਾਈਏ ਮੈਂ ਕੋਬਰੇ ਦੀ ਕੂੰਜ ਏ, ਜੇ ਕਦੀ ਸੁਰਮਾ ਅੱਖ ਵਿੱਚ ਰੜਕੇ ਫੇਰ ਇਹਨੂੰ ਪਾਣੀ ਨਾਲ ਲੈ ਲੈਣਾ ਤੜਕੇ, ਕਰੇਗਾ ਅਸਰ ਗੱਲ ਮੇਰੇ ਤੋਂ ਲਿਖਾ ਲਓ, ਅੱਖ ਵਿੱਚ ਪਾ ਲਓ ਜਾਂ ਪਾਣੀ ਨਾਲ ਖਾ ਲਓ, ਤਲੀ ਤੇ ਜਮਾਈਏ ਮੈਂ ਸੁੱਕੀ ਹੋਈ ਸਰਸੋਂ, ਕੀਤਾ ਤਜਰਬਾ ਮੈਂ ਬੁੱਢੜੇ ਤੇ ਪਰਸੋਂ, ਸਭ ਨੂੰ ਰਲਾ ਲਓ, ਮੋਟਾ ਮੋਟਾ ਕੁੱਟ ਲਓ, ਫੱਦ ਲਓ, ਬੁੱਢੜੇ ਨੂੰ ਮੰਜੇ ਉੱਤੇ ਸੁੱਟ ਲਓ, ਬੰਨ੍ਹ ਦਿਓ ਬੁੱਢੜੇ ਨੂੰ ਰੱਸਿਆਂ ਦੇ ਨਾਲ ਜੀ, ਪਾਣੀ ਇਹ ਦਵਾਈ 3 ਉਂਗਲਾਂ ਦੇ ਨਾਲ ਜੀ, 3 ਉਂਗਲਾਂ ਦਾ ਝੂੰਡ ਜਦੋਂ ਅੱਖ ਵਿੱਚ ਪਏਗਾ, ਬਾਬਾ ਜ਼ੋਰ ਲਾ ਕੇ ਤੇ ਇੱਕੋ ਗੱਲ ਕਹੇਗਾ ਕਿ ਦੂਜੀ 'ਚ ਨਾ ਪਾਓ ਇਹ ਦਵਾਈ ਮੈਨੂੰ ਲੈ ਗਈ, ਪਹਿਲੀ 'ਚ ਪਾਈ ਸੀ ਉਹ ਅੱਖ ਮੇਰੀ ਬਹਿ ਗਈ, ਖੱਪੀ ਰੱਖੇ ਜਿੰਨਾ ਤੁਸੀਂ ਪੱਟੀ ਉੱਤੋਂ ਬੰਨ੍ਹ ਦਿਓ, ਬਾਬੇ ਨੂੰ ਹਵਾ ਲਈ ਥੋੜ੍ਹਾ ਜਿਹਾ ਸੰਨ ਦਿਓ, 7 ਦਿਨ ਬਾਅਦ ਵਲ ਪੱਟੀ ਤੋਂ ਪੱਟੀ ਦੇ ਲਹਾਵਣੇ, ਪਿੰਡ ਵਿੱਚ 2 ਬੰਦੇ ਤੱਕੜੇ ਮੰਗਾਵਣੇ, ਇੱਕ ਬੰਦਾ ਪਿੱਛੋਂ ਹੋ ਕੇ ਬੁੱਢੜੇ ਨੂੰ ਥੱਬਾ ਮਾਰੇ, ਦੂਆ ਪੱਟੀ ਖੋਲ ਕੇ ਤੇ ਆਖਰੀ ਤੇ ਗੱਬਾ ਮਾਰੇ, ਆ ਗੱਬਾ ਜਦੋਂ ਲੱਗੇਗਾ ਤੇ ਘਰ ਆ ਜਾਏਗਾ, ਪੱਟੀ ਨਾਲ ਡੇਲਾ ਉਹਦਾ ਬਾਹਰ ਆ ਜਾਏਗਾ, ਸ਼ਹਿਜ਼ਾਦੇ ਸੁਰਮਾ ਤੁਹਾਡੇ ਲਈ ਬਣਾਇਆ ਹੈ, ਇਹ ਮੇਰੀ ਰੋਜ਼ੀ ਹੈ ਤੇ ਇਹ ਸਰਮਾਇਆ ਹੈ। ਸ਼ਹਿਜ਼ਾਦ ਭਾਈ ਤੁਸੀਂ ਬੜੇ ਬੜੇ ਟੀਵੀ ਚੈਨਲਾਂ ਤੇ ਗਏ ਹੋ, ਸ਼ਾਇਰੀ ਸ਼ੁਰੂ ਕਰਨ ਤੋਂ ਬਾਅਦ ਲਾਈਵ ਟੀਵੀ ਚੈਨਲ ਤੇ ਬੈਠਣਾ ਕੈਸਾ ਵਾ,
ਪਿੰਡਾਂ ਥਾਵਾਂ ਦੀ ਜਿਹੜੀ ਸ਼ਾਇਰੀ ਚੱਲ ਰਹੀ ਹੁੰਦੀ ਹੈ, ਲੋਕ ਮਜਮੇ 'ਚ ਬੈਠੇ ਹੁੰਦੇ ਨੇ, ਇਹਨਾਂ 'ਚ ਕੀ ਫਰਕ ਆ? ਜ਼ਿਆਦਾ ਸੌਖਾ ਕਿਹੜਾ ਹੈ? ਸੌਖਾ ਹੈ ਕਿ ਜਿਹੜਾ ਟੀਵੀ ਤੇ ਹੁੰਦਾ ਉਹ ਪਲਾਂਟਡ ਹੁੰਦਾ, ਕੈਮਰੇ ਹੁੰਦੇ ਨੇ ਸਿਰਫ, ਤੇ ਕੋਈ ਨਹੀਂ, ਤੁਸੀਂ ਅਗਰ ਮਿਸਟੇਕ ਤੁਹਾਡੀ ਹੋ ਵੀ ਗਈ ਹੈ ਤੇ ਦੁਬਾਰਾ ਸ਼ਾਟ ਲਿਆ ਜਾਏਗਾ, ਜਾਂ ਉਹ ਤੁਹਾਡੀ ਸ਼ਾਇਰੀ ਥੋੜੀ ਜਿਹੀ ਹੌਲੀ ਹੈ, ਅੱਛੀ ਨਹੀਂ ਲਿਖੀ, ਉਹਦੇ ਵਜ਼ਨ ਨਹੀਂ ਹੈ, ਤੇ ਉਹਦੇ 'ਚ ਤੁਹਾਨੂੰ ਕੋਈ ਅੱਗੇ ਤਾੜੀਆਂ ਦੇ ਨਾਲ ਤੁਹਾਨੂੰ ਪਤਾ ਨਹੀਂ ਲੱਗੇਗਾ, ਤਾੜੀਆਂ ਵਾਲਾ ਹੋਣਾ ਹੀ ਨਹੀਂ। ਜਦੋਂ ਤੁਸੀਂ ਆਡੀਅנס ਦੇ ਵਿੱਚ ਹੁੰਦੇ ਜੇ, ਤੁਹਾਡੇ ਸਾਹਮਣੇ ਜਦੋਂ ਆਡੀਅנס ਹੁੰਦੀ ਹੈ, ਅਗਰ ਤੁਹਾਡੀ ਇੱਕ ਸ਼ਾਇਰੀ 'ਚ ਬਹੁਤ ਅੱਛਾ ਵਜ਼ਨ ਹੈ ਲੇਕਿਨ ਉਹਦਾ ਐਪਰੀਸ਼ੀਏਟ ਕੋਈ ਨਹੀਂ ਕਰ ਰਿਹਾ, ਤੇ ਫਿਰ ਤੁਹਾਨੂੰ ਉਹਨੂੰ ਆਪਣੇ ਆਪ ਨੂੰ ਕਵਰ ਕਰਨਾ ਤੇ ਉਸ ਮੁਸ਼ਾਇਰੇ 'ਚ ਫਿਰ ਵੀ ਆਪਣਾ ਤਵਾਜ਼ਨ ਬਰਕਰਾਰ ਰੱਖਣਾ ਔਰ ਉਹ ਕਿਸੇ ਨੂੰ ਮਹਿਸੂਸ ਨਾ ਹੋਣ ਦੇਣਾ, ਇਹ ਜ਼ਿਆਦਾ ਔਖਾ ਵਾ। ਟੀਵੀ ਤੇ 7-8 ਕੈਮਰੇ ਹੁੰਦੇ ਨੇ, ਕੋਈ ਨਹੀਂ ਰੋਲਾ, ਇੱਕ ਵਾਰੀ ਸ਼ਾਟ ਖਤਮ ਹੋਇਆ ਦੁਬਾਰਾ ਬਣਾ ਲਿਆ। ਲੇਕਿਨ ਜਿਹੜਾ ਲਾਈਵ ਹੈ ਨਾ, ਲਾਈਵ ਪਰਫਾਰਮ ਕਰਨਾ, ਫਿਰ ਅੱਗੇ ਕੈਮਰੇ ਉੱਥੇ ਵੀ ਹੁੰਦੇ ਨੇ, ਆਡੀਅנס ਹੀ ਬੈਠੀ ਹੁੰਦੀ, ਤੇ ਉਹਦੇ ਵਿੱਚ ਕਵਰ ਕਰਨਾ ਜ਼ਿਆਦਾ ਮੇਰਾ ਖਿਆਲ ਹੈ ਔਖਾ। ਸਾਡੀ ਪੰਜਾਬੀ ਮਿੱਟੀ, ਲਹਿੰਦਾ ਪੰਜਾਬ ਤੇ ਸਾਡੀ ਮਾਂ ਬੋਲੀ ਪੰਜਾਬੀ। ਤੁਸੀਂ ਪੰਜਾਬੀ 'ਚ ਜ਼ਿਆਦਾ ਸ਼ਾਇਰੀ ਕਰਦੇ ਹੋ, ਪੰਜਾਬੀ ਲਿਖਣੀ ਔਖੀ ਲੱਗਦੀ ਹੈ? ਪੰਜਾਬੀ ਔਖੀ ਨਹੀਂ ਲੱਗਦੀ। ਵਜ੍ਹਾ ਹੈ ਕਿ ਮੇਰਾ ਰਹਿਤਲ ਜਿਹੜਾ ਸਾਰਾ ਪੰਜਾਬੀ ਹੈ, ਪੰਜਾਬ ਵਿੱਚ ਲੈਣ ਦੇਣੇ ਸਾਰਾ। ਉਰਦੂ ਬੋਲਣੀ ਮੈਨੂੰ ਔਖੀ ਹੋ ਜਾਂਦੀ ਜਦੋਂ ਮੈਂ ਲਾਹੌਰ ਵਿੱਚ ਕਿਸੇ ਚੈਨਲ ਤੇ ਜਾਂਦਾ, ਤਾਂ ਉਦੋਂ ਫਿਰ ਉਰਦੂ ਸਾਰੇ ਮੇਕਿੰਗ ਹੁੰਦੇ ਨੇ, ਤੇ ਮੇਰੇ ਵਾਸਤੇ ਇੰਤਹਾਈ ਮੁਸ਼ਕਿਲ ਹੁੰਦੀ ਫਿਰ ਉਹ ਗੁਲਾਬੀ ਜੀ ਉਰਦੂ ਫਿਰ ਬੋਲੇ, ਤੇ ਚੱਸ ਨਹੀਂ ਆਉਂਦੀ। ਤੇ ਮੈਨੂੰ ਪੰਜਾਬੀ ਅੱਛੀ ਹੈ, ਤੇ ਪੰਜਾਬੀ 'ਚ ਕਹਿਣਾ ਚਾਹਾਂਗਾ, ਉਰਦੂ ਨਜ਼ਮਾਂ ਨੇ ਮੇਰੀਆਂ ਕਈ, ਲੇਕਿਨ ਮੈਂ ਪੰਜਾਬੀ ਬਹੁਤ ਅੱਛੀ ਫੀਲ ਕਰਨਾ। ਸਾਹੀਵਾਲ ਡਿਵੀਜ਼ਨ ਦੇ ਨਾਲ ਤਾਲੁਕ ਆ ਤੁਹਾਡਾ, ਇਲਾਕਾ ਹੜੱਪਾ। ਇਸ ਇਲਾਕੇ ਦੇ ਕਿੰਨੇ ਹੁਣ ਤੱਕ ਮੁਸ਼ਾਇਰੇ ਅਟੈਂਡ ਕਰ ਚੁੱਕੇ ਹੋ? ਇਸ ਇਲਾਕੇ 'ਚ ਇੰਜ ਸਮਝੋ ਕਿ ਮੈਂ ਇਸ ਇਲਾਕੇ 'ਚ ਇਤਨਾ ਇੰਟਰੋਡਿਊਸ ਨਹੀਂ ਹੋਇਆ, ਜਿਸ ਚੈਨਲ ਤੱਕ ਗਿਆ ਤੇ ਮੈਨੂੰ ਪਤਾ ਲੱਗਾ, ਤੇ ਉਸ ਤੋਂ ਬਾਅਦ ਮੈਂ ਇਸ ਇਲਾਕੇ 'ਚ ਕਾਫੀ ਮਸ਼ਹੂਰ ਹਾਂ। ਲੇਕਿਨ ਪਹਿਲੇ ਮੈਂ ਬਿਲਕੁਲ ਜੇ ਚੈਨਲ ਤੱਕ ਨਾ ਜਾਂਦਾ ਤਾਂ ਮੈਂ ਮੁਸ਼ਾਇਰਿਆਂ ਥਰੂ ਰਹਿੰਦਾ, ਤੇ ਬਿਲਕੁਲ ਮੇਰਾ ਨਾਮ ਹੀ ਨਹੀਂ ਸੀ। ਪੰਜਾਬ ਦੇ ਕਿੰਨੇ ਸ਼ਹਿਰ ਘੁੰਮੇ ਮੁਸ਼ਾਇਰਿਆਂ ਦੇ ਹਵਾਲੇ ਨਾਲ? ਮੁਸ਼ਾਇਰਿਆਂ ਦੇ ਹਵਾਲੇ ਨਾਲ ਪੰਜਾਬ ਵਿੱਚ ਫੈਸਲਾਬਾਦ, ਚਨਿਓੜ, ਸਰਗੋਦਾ ਔਰ ਕਸੂਰ, ਲਾਹੌਰ, ਵਿਹਾੜੀ, ਖਾਨੇਵਾਲ, ਇਹ ਟੋਬਾ, ਇਹ ਮੈਂ ਫਿਰ। ਸਭ ਤੋਂ ਫੇਮਸ ਜਿਹੜਾ ਤੁਹਾਡਾ ਮੁਸ਼ਾਇਰਾ ਸੀ ਕਿਹੜਾ ਰਿਹਾ? ਟੋਬਾ ਟੇਕ ਸਿੰਘ ਵਿੱਚ ਅਹਿਮਦ ਸਈਦ ਔਰ ਅਲੀ ਜ਼ਰੀਓਨ ਸਾਹਿਬ ਇਹ ਸਨ, ਤੇ ਉਹ ਮੇਰਾ ਮੁਸ਼ਾਇਰਾ ਸਭ ਤੋਂ ਅੱਛਾ ਸੀ। ਹੜੱਪੇ ਦਾ ਇੱਕ ਛੋਟਾ ਜਿਹਾ ਗਾਉਂ ਜਿੱਥੇ ਤੁਸੀਂ ਰਹਿੰਦੇ ਹੋ, ਹੁਣ ਲੋਕ ਤੁਹਾਡੇ ਨਾਲ ਸੈਲਫੀਆਂ ਲੈਂਦੇ ਹੋ, ਬਾਹਰ ਨਿਕਲਦੇ ਹੋ, ਟੇਲਰ ਦੀ ਜ਼ਿੰਦਗੀ ਤੋਂ ਲੈ ਕੇ ਤੇ ਮੁਸ਼ਾਇਰੇ ਦੀ ਜ਼ਿੰਦਗੀ ਤੱਕ ਕੀ ਫ਼ਰਕ ਮਹਿਸੂਸ ਕੀਤਾ? ਟੇਲਰਿੰਗ ਅਗਰ ਮੈਂ ਕਰਦਾ ਰਹਿੰਦਾ ਤੇ ਮੈਂ ਆਪਣੇ ਆਪ ਨੂੰ ਬਿਲਕੁਲ ਹੀ ਮੁਜਰਮ ਹੀ ਸਮਝਾ ਸਕਾਂ। ਮੈਂ ਮੁਜਰਮ ਹਾਂ, ਮੈਂ ਸ਼ੋਹਰਤ ਹਾਸਲ ਕਰਨ ਵਾਸਤੇ ਇਹ ਮੈਂ ਕੰਮ ਕੀਤਾ, ਤੇ ਹੁਣ ਮੈਂ ਇਹਨੂੰ ਬਹੁਤ ਜ਼ਿਆਦਾ ਅੱਛਾ ਫੀਲ ਕਰਨਾ ਕਿ ਮੈਂ ਚੰਗਾ ਕੀਤਾ। ਜਿਹੜਾ ਰੋਜ਼ੀ ਤਾਂ ਅੱਲਾ ਨੇ ਦੇਣੀ ਆ, ਥੋੜ੍ਹੀ ਬਹੁਤੀ ਕਦੀ ਜ਼ਿਆਦੀ ਕਦੀ ਥੋੜ੍ਹੀ ਆ ਜਾਂਦੀ, ਲੇਕਿਨ ਟੇਲਰਿੰਗ ਕੋਈ ਐਸਾ ਚੀਜ਼ ਨਹੀਂ ਜਿਹਦੇ ਨਾਲ ਮੈਂ ਆਪਣੇ ਆਪ ਵਿੱਚ ਅੰਦਰੋਂ ਖੁਸ਼ ਹੋਵਾਂ। ਅੰਦਰੋਂ ਮੈਂ ਖੁਸ਼ ਹੋਣ ਤਾਂ ਹਾਂ ਕਿ ਮੈਂ ਇੱਕ ਜ਼ਮਾਨੇ 'ਚ ਹਾਂ, ਜ਼ਮਾਨਾ ਮੈਨੂੰ ਵੇਖਦਾ ਪਿਆ, ਜ਼ਮਾਨੇ 'ਚ ਮੈਂ ਗੱਲਾਂ ਕਰਦਾ ਪਿਆ, ਥੋੜ੍ਹਾ ਹਿਊਮਨ ਸੈਂਸ ਵੀ ਥੋੜ੍ਹਾ ਜਿਹਾ ਵੱਧਦਾ ਪਿਆ, ਬੋਲਣ ਦਾ ਤਰੀਕਾ ਵੀ ਅੱਛਾ ਹੋ ਰਿਹਾ, ਡਿਵੈਲਪਿੰਗ ਹੋ ਰਹੀ ਮੇਰੀ ਸ਼ਖਸੀਅਤ ਵਿੱਚ, ਤੇ ਮੈਨੂੰ ਬਹੁਤ ਅੱਛੀ ਸ਼ਾਇਰੀ ਦੇ ਨਾਲ ਡਿਵੈਲਪਿੰਗ ਜਿਹੜੀ ਹੈ ਨਾ, ਇੰਟਰੋਡਕਸ਼ਨ, ਇਹ ਸਭ ਕੁਝ ਇਹ ਬਹੁਤ ਬਿਹਤਰੀਨ ਜਾ ਰਿਹਾ, ਜਿਹਦੇ ਤੋਂ ਮੈਂ ਬਹੁਤ ਕੰਫਰਟ ਜ਼ੋਨ ਵਿੱਚ ਆ ਗਿਆ। ਸ਼ਾਇਰੀ ਲਿਖਣ ਦਾ ਕੋਈ ਖਾਸ ਟਾਈਮ, ਕੋਈ ਸ਼ਾਇਰੀ ਦਾ ਨਜ਼ੂਲ ਦਾ ਕੋਈ ਖਾਸ ਟਾਈਮ? ਸ਼ਾਇਰੀ ਦੇ ਨਜ਼ੂਲ ਬਿਲਕੁਲ ਹੀ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਨਾ, ਤੁਸੀਂ ਉਸ ਨੂੰ ਆਪ ਵੇਖ ਲਓ ਕਿੱਥੇ ਕਿੱਥੇ ਤੁਸੀਂ ਇਕੱਲੇ ਹੁੰਦੇ ਹੋ। ਚਾਹੇ ਤੁਸੀਂ ਨਮਾਜ਼ ਵਿੱਚ ਇਕੱਲੇ ਜੇ, ਮੈਂ ਕਹਾਂਗਾ ਤਾਂ ਨਹੀਂ, ਤੇ ਚਾਹੇ ਬਾਥਰੂਮ ਵਿੱਚ ਇਕੱਲੇ ਹੋ, ਤੇ ਚਾਹੇ ਤੁਸੀਂ ਕਮਰੇ 'ਚ ਇਕੱਲੇ ਹੋ, ਜਦੋਂ ਤੁਸੀਂ ਇਕੱਲੇ ਹੋ ਨਾ, ਮੇਰੀ ਅਗਰ ਤੁਸੀਂ ਜਾਓ ਜਿੱਥੇ ਮੈਂ ਲਿਖਣਾ ਨਾ ਬਹਿ ਕੇ, ਉਹ ਤੇ ਉਹਦੇ ਅੱਗੇ ਮੈਂ ਚੰਗਾ ਇੱਕ ਪਰਦਾ ਲਾਇਆ ਹੋਇਆ ਕਿ ਮੇਰੇ ਲਈ ਕੋਈ ਆਵੇ ਨਾ ਜਾਵੇ ਨਾ, ਮੈਂ ਇਕੱਲਾ ਬੈਠਾ ਰਹਾਂ, ਤੇ ਉੱਥੇ ਮੇਰੇ ਉਹ ਭਾਈ ਸੁਣ ਰਹੇ ਨੇ, ਸਾਰਾ ਦਿਨ ਮੇਰੇ ਨਾਲ ਹੁੰਦੇ ਨੇ, ਤੇ ਇਹਨਾਂ ਨੂੰ ਪਤਾ ਹੈ ਕਿ ਮੇਰੇ ਜਿਹੜੇ ਨੇ ਨਾ ਆਪਣੇ ਸਾਰੇ ਚਾਰਟ ਉੱਥੇ ਹੀ ਪਏ ਨੇ, ਨਾਲ ਹੀ ਇਧਰਲੇ ਪਾਸੇ ਬੈਠਾ ਕੁਰਸੀ 'ਤੇ ਲਿਖਦਾ। ਇਹ ਆਉਂਦੇ ਜਾਂਦੇ ਰਹਿੰਦੇ ਨੇ, ਮੈਨੂੰ ਥੋੜ੍ਹਾ ਜਦੋਂ ਇਹ ਸ਼ੋਰ ਸ਼ੁਰੂ ਹੋਵੇ ਤਾਂ ਫਿਰ ਮੈਨੂੰ ਥੋੜ੍ਹਾ ਫੀਲ ਹੁੰਦਾ ਕਿ ਯਾਰ ਇਹ ਚਲੇ ਜਾਣ, ਤੇ ਮੈਂ ਲਿਖਦਾ ਪਿਆ, ਇਹਨਾਂ ਨੂੰ ਕੀ ਪਤਾ। ਤੇ ਉਹ ਕਹਿ ਲਓ ਕਿ ਆਸਾਨੀ ਇਹ ਹੈ ਕਿ ਤੁਸੀਂ ਇਕੱਲੇ ਹੋ। ਪਾਕਿਸਤਾਨ ਦੇ ਪੰਜਾਬ ਦੇ ਜਿਹੜੇ ਸ਼ਾਇਰ ਨੇ, ਸਿਗਰਟ ਤੇ ਚਾਹ, ਤੇ ਕੁਛ ਸ਼ਾਇਰ ਜਿਹੜੇ ਨੇ ਉਹ ਅਲਕੋਹਲ ਤੇ ਵੀ ਲੱਗੇ ਨੇ, ਜਨਾਬ ਕੀ ਪੀਂਦੇ ਨੇ? ਜਦੋਂ ਸੰਜੀਦਾ ਸ਼ਾਇਰ ਸਾਂ ਉਦੋਂ ਡੱਬੀ ਸਿਗਰਟ ਦੀ ਪੀ ਕੇ ਫਿਰ ਮੈਂ ਇੱਕ ਅੱਧੀ ਨਜ਼ਮ ਤਕਲੀਫ ਟੋਚਨ ਲਾ ਕੇ ਸਿਗਰਟ ਪੀਂਦੇ? ਟੋਚਨ। ਤੇ ਹੁਣ ਅਲਹਮਦੁਲਿਲਾ ਜਦੋਂ ਦਾ ਮੈਂ ਇਸ ਸ਼ਾਇਰੀ ਨੂੰ ਇਸਤੇਮਾਲ ਗਿਆ, ਜੇ 8 ਸਾਲ ਇਸ ਨੂੰ ਸ਼ੁਰੂ ਕੀਤੇ ਨੂੰ ਹੋਏ ਨੇ। ਵੈਸੇ ਉਹ ਸੁਰਮਾ ਨਜ਼ਮ ਤਾਂ ਮੈਂ 22 ਸਾਲ ਪਹਿਲੇ ਲਿਖੀ, ਲੇਕਿਨ ਫਿਰ ਮੈਂ ਮਜ਼ਾ ਛੱਡ ਦਿੱਤਾ। ਫਿਰ ਮੈਂ ਜਦੋਂ ਇਸ 'ਚ ਆਇਆ ਨਾ, ਉਦੋਂ ਮੈਂ ਉਹ ਟੋਚਨ ਵੀ ਛੱਡ ਦਿੱਤੇ, ਸਾਰੀ ਅਰਛਾ ਛੱਡ ਦਿੱਤੀ। ਬਲਕਿ ਮੇਰੀ ਹੁਣ ਮੁਹੱਬਤ ਵੀ ਜਿਹੜੀ, ਤੁਸੀਂ ਅਗਰ ਸਵਾਲ ਤਾਂ ਕੀਤਾ ਕੋਈ ਨਹੀਂ, ਮੇਰੀ ਮੁਹੱਬਤ ਹੀ ਮਜ਼ਾ ਹੀ ਸ਼ਾਇਰੀ ਤਰ੍ਹਾਂ, ਜਿਸ ਤਰ੍ਹਾਂ ਕਿ ਮਜ਼ਾ 'ਚ ਕਦੀ ਕੋਈ ਰੰਗ ਦੇ ਦਿੱਤਾ, ਕਦੀ ਕੋਈ ਰੰਗ ਦੇ ਦਿੱਤਾ, ਇਸ ਤਰ੍ਹਾਂ ਮੁਹੱਬਤ ਦੇ ਕਈ ਰੰਗ ਕਰਤੇ। ਅੱਗੇ ਇੱਕ ਰੰਗ ਜੀਂਦੇ ਸਾਂ ਤੇ ਇੱਕੋ ਹੀ ਫਨੂਨ ਲਤੀਫਾ ਦਾ ਉਹ ਤਜ਼ਕਰਾ ਸੀਗਾ ਕਿ ਮੈਂ ਸਿਰਫ ਸੰਜੀਦਾ ਸ਼ਾਇਰ ਹਾਂ। ਹੁਣ ਮੈਂ ਮਜ਼ਾ ਹੈ ਹਰ ਚੀਜ਼ ਜਿਵੇਂ ਯੂਜ਼ ਕਰ ਰਿਹਾ, ਇਵੇਂ ਹੀ ਮੁਹੱਬਤ 'ਚ ਹਰ ਸ਼ਾ ਮੇਰੀ ਜਾ ਰਹੀ। ਸੰਜੀਦਾ ਸ਼ਾਇਰੀ ਤੋਂ ਪੰਜਾਬੀ ਸ਼ਾਇਰੀ ਤੇ ਮਜ਼ਾਹੀਆ ਸ਼ਾਇਰੀ ਦਾ ਸਫ਼ਰ ਬੜਾ ਮੁਖਤਲਿਫ ਹੋਏਗਾ। ਮੁਹੱਬਤ 'ਚ ਫੇਲ ਹੋਣ ਤੋਂ ਬਾਅਦ ਮਜ਼ਾਹੀਆ ਸ਼ਾਇਰੀ ਵਾਲਾ ਆਉਣਾ ਬਣਦਾ ਨਹੀਂ ਸੀ।
ਮਜ਼ਾਹੀਆ ਸ਼ਾਇਰੀ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਕਿ ਸਿਰਫ ਆਪਣੇ ਆਪ ਨੂੰ ਔਰ ਦੁਨੀਆ ਨੂੰ ਜਹਾਨ ਨੂੰ ਖੁਸ਼ ਕਰਨ ਵਾਸਤੇ ਮੈਨੂੰ ਚੂਜ਼ ਕੀਤਾ। ਜ਼ਖਮ ਅੱਜ ਤਾਜ਼ਾ ਨੇ? ਬਹੁਤ ਜ਼ਿਆਦਾ। ਮੇਰਾ ਚੈਨਲ ਹੈ, ਮੇਰਾ ਹੁਣ ਪ੍ਰੋਗਰਾਮ ਜਿਹੜਾ ਇਮਰਾਨ ਅਸ਼ਰਫ ਨਾਲ ਆਇਆ ਨਾ, ਉਹਦੇ ਵਿੱਚ ਵੀ ਇਹ ਤਜ਼ਕਰਾ ਹੈ ਕਿ ਉਹਨਾਂ ਨੇ ਮੈਨੂੰ ਆਖਿਆ ਕੋਈ ਤਾਂ ਮੁਹੱਬਤ ਹੋਏਗੀ, ਤੇ ਮੈਂ ਆਖਿਆ ਨਹੀਂ। ਉਹਨਾਂ ਨੇ ਫਿਰ ਮੈਨੂੰ ਜੇ ਕਹਿੰਦੇ ਤਾ ਕੇ ਉੱਥੇ ਲੈ ਆਉਣਾ, ਉਹ ਮੈਨੂੰ ਤਾ ਕੇ ਉਹਨਾਂ ਨੇ ਉੱਥੇ ਲੈ ਦਿੱਤਾ। ਜਦੋਂ ਮੈਂ ਕਹਿ ਦਿੱਤਾ ਕਿ ਹਾਂ ਮੁਹੱਬਤ ਹੈ, ਜ਼ਖਮ ਹੈ, ਉਹ ਫਿਰ ਮੈਨੂੰ ਨਾਲ ਵਸੀਮ ਅਬਾਸ ਸਾਹਿਬ ਬੈਠੇ ਸਨ, ਅਨੈਤ ਸਨ ਭੱਟੀ ਦੇ ਬੇਟੇ ਅਦਾਕਾਰ ਨੇ, ਉਹਨਾਂ ਨੇ ਮੈਨੂੰ ਇੱਕ ਵਾਰੀ ਚੰਗੇ ਲੱਤੇ ਲਤਾੜੇ ਉਹਨੇ ਮੇਰੇ। ਉਹਨੇ ਕਿਹਾ ਕੋਈ ਮੁਹੱਬਤ ਨਹੀਂ, ਕੋਈ ਜਾਨ ਨਹੀਂ, ਕਿਉਂਕਿ ਉਹ ਇੰਟਰਵਿਊ ਜਾ ਰਿਹਾ ਸੀ ਜਿਹੜਾ 45 ਮਿੰਟ ਤੱਕ ਗੁਫ਼ਤਗੂ ਉਹਦੀ ਇਹ ਹੋਈ ਸੀ ਵਸੀਮ ਅਬਾਸ ਦੀ ਕਿ ਇਸ ਦੁਨੀਆ 'ਤੇ ਸਿਰਫ ਪੈਸਾ ਹੈ, ਮੁਹੱਬਤ ਸ਼ਬਤ ਕੋਈ ਨਹੀਂ। ਉੱਤੋਂ ਮੇਰੀ ਗਲਤੀ ਹੈ ਕਿ ਮੈਂ ਕਹਿ ਬੈਠਾ ਮੁਹੱਬਤ ਦਾ ਜ਼ਖਮ ਹੈ ਜਿਹੜੀ ਵਜ੍ਹਾ ਤੋਂ ਮੈਂ ਸ਼ਾਇਰੀ ਨਹੀਂ ਚੂਜ਼ ਕੀਤਾ। ਉਹ ਫਿਰ ਮੇਰੇ ਪਿੱਛੇ ਪੈ ਗਏ। ਫਿਰ ਉਹ ਇਤਨਾ ਇੰਟਰਵਿਊ ਉਹਨਾਂ ਨੇ ਭੇਜਿਆ ਨਹੀਂ ਹੈ, ਅਗਰ ਉਹ ਸਾਰਾ ਭੇਜ ਦਿੰਦੇ ਨਾ ਤਾਂ ਮੇਰੀ ਤਾਂ ਯਕੀਨ ਜਾਣੋ ਲੈਣ ਹੀ ਲੱਗ ਗਈ ਸੀ, ਬਹੁਤ ਖਰਾਬ ਹੋਣਾ ਸੀ। ਇਸ ਸ਼ਾਇਰੀ ਦੇ ਦੌਰਾਨ ਕਿਤੇ ਇਹ ਫੀਲ ਹੋਇਆ ਕਿ ਮੈਨੂੰ ਮਜ਼ੀਦ ਪੜ੍ਹ ਲੈਣਾ ਚਾਹੀਦਾ ਸੀ ਤਾਂ ਕਿ ਹਮ ਕਾਫੀਆ ਅਲਫਾਜ਼ ਜਿਹੜੇ ਹੁੰਦੇ ਨੇ ਜੇ ਇਸਤੇਮਾਲ ਹੋਣ ਵਾਲੇ ਬਿਹਤਰ ਹੋ ਸਕਦੇ? ਬਹੁਤ ਮੁਸ਼ਕਿਲ ਹੁੰਦਾ, ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ। ਉਦੋਂ ਤੋਂ ਮੈਂ ਯਕੀਨ ਜਾਣੋ ਕਹਿੰਦਾ ਸੀ ਸਕੂਲ ਵਿੱਚ ਤਾਂ ਅੱਲਾ ਕਰੇ ਅੱਜ ਮਾਸਟਰ ਮਰ ਜਾਏ, ਅਤੇ ਅੱਜ ਉਸ ਨੂੰ ਫੀਲ ਕਰਨਾ ਕਿ ਅਗਰ ਮੈਂ ਪੜ੍ਹਿਆ ਹੁੰਦਾ ਨਾ ਤੇ ਮੈਂ ਹੁਣ ਜਿਹੜੀ ਮੁਸ਼ਕਿਲ ਚਾਹੇ ਇਸ 'ਚ ਨਾ ਹੁੰਦਾ। ਵਿਖਰੇ ਹੋਏ ਸ਼ਾਇਰ ਹੋਣਾ ਸੀ। ਹਾਂ ਬਹੁਤ ਜ਼ਿਆਦਾ। ਅੱਜ ਮੇਰੇ ਕੋਲ ਸ਼ਾਇਰ ਕੋਈ ਨਹੀਂ ਹੈ ਕਿ ਜਿਹਦੇ ਕੋਲ ਮੈਂ ਜਾ ਕੇ ਇਹਨੂੰ ਕਰੈਕਸ਼ਨ ਕਰਾਂ। ਉਹਨੂੰ ਮੈਂ ਖੁਦ ਹੀ ਕੋਈ ਹਫ਼ਤਾ ਲੈਣਾ, 2 ਲੈਣਾ, ਕਾਗਜ਼ ਕਰ ਕਰਕੇ ਉਹਨੂੰ ਮੈਂ ਸਹੀ ਕਰਨਾ। ਅਗਰ ਮੈਂ ਪੜ੍ਹਿਆ ਹੋਇਆ ਹੁੰਦਾ ਤਾਂ ਮੈਨੂੰ ਇਹ ਮੁਸ਼ਕਿਲ ਨਾ ਹੁੰਦੀ। ਲਿਹਾਜ਼ਾ ਤਾਲੀਮ ਬਹੁਤ ਅੱਛੀ ਚੀਜ਼ ਹੈ। ਤਾਲੀਮ ਹੁੰਦੀ ਤਾਂ ਮੈਂ ਅੱਜ ਮਜ਼ਾਹੀਆ ਨਾ ਹੁੰਦਾ, ਮੈਂ ਸੰਜੀਦਾ 'ਚ ਬਹੁਤ ਨਾਮ ਮੇਰਾ ਹੁੰਦਾ। ਪੰਜਾਬ ਦੇ ਵਿੱਚ ਬੜੇ ਸ਼ਾਇਰ ਨੇ, ਤੁਹਾਡਾ ਫੇਵਰੇਟ ਤੇ ਪਸੰਦੀਦਾ ਸ਼ਾਇਰ ਕੌਣ ਹੈ? ਮਜ਼ਾਹੀਆ ਸ਼ਾਇਰੀ 'ਚ ਉਸਤਾਦ ਜੀ ਮੇਰੇ ਨੇ ਅਨਵਰ ਮਸੂਦ ਸਾਹਿਬ, ਔਰ ਸੰਜੀਦਾ 'ਚ ਮੇਰਾ ਉਸਤਾਦ ਤਜਮਲ ਕਲੀਮ ਸਾਹਿਬ। ਅੱਜ ਵੀ ਮੁਲਾਕਾਤਾਂ ਹੁੰਦੀਆਂ? ਹਾਂਜੀ, ਉਸਤਾਦ ਜਿਹੜੇ ਅਨਵਰ ਮਸੂਦ ਸਾਹਿਬ ਨੇ ਉਹਨਾਂ ਨਾਲ ਫ਼ੋਨ 'ਤੇ ਗੱਲਾਂ ਹੁੰਦੀਆਂ ਨੇ, ਮੁਲਾਕਾਤਾਂ। ਜਦੋਂ ਮੇਰੇ ਕਮਾਲੀਆ ਟੋਬਾ ਇੱਥੇ ਨੇੜੇ ਤੇੜੇ ਕਿਧਰੇ ਆਉਣ ਅਤੇ ਫਿਰ ਉਹ ਮੇਰੇ ਨਾਲ ਮੁਲਾਕਾਤ ਹੋ ਜਾਂਦੀ ਉਹਨਾਂ ਨਾਲ ਮੇਰੀ। ਅਤੇ ਤਜਮਲ ਕਲੀਮ ਸਾਹਿਬ ਨਾਲ ਮੁਲਾਕਾਤ ਕੋਈ ਨਹੀਂ ਹੋਈ, ਉਹਨਾਂ ਨੂੰ ਬਸ ਚੈਨਲਾਂ ਤੋਂ ਵੇਖ ਕੇ ਮੁਹੱਬਤ ਕੀਤੀ। ਬਕਰਾ ਈਦ 'ਤੇ ਬੜੇ ਜਿਹੜੇ ਇਹਨਾਂ ਜੀ ਉਹ ਮੁਸ਼ਾਇਰੇ ਆ ਰਹੇ ਹੁੰਦੇ ਨੇ, ਤੁਸੀਂ ਵੀ ਬਕਰਾ ਈਦ 'ਤੇ ਕੋਈ ਸ਼ਾਇਰੀ ਲਿਖੀ ਹੈ? ਇਸ ਵੱਡੀ ਈਦ 'ਤੇ ਤਾਂ ਬੜੀ ਵੱਡੀ ਬੋਲ ਹੋਈ, ਸ਼ੁਕਰ ਹੈ ਖੁਦਾ ਦਾ ਮੇਰੀ ਈਦ ਨਹੀਂ ਗੁੱਲ ਹੋਈ। ਨਹੀਂ ਸੀ ਗੁੰਜਾਇਸ਼ ਕੇ ਖਰੀਦ ਲੈਂਦਾ ਬੱਕਰਾ, ਇਹੋ ਕੁਝ ਸੋਚ ਕੇ ਮੈਂ ਲੈ ਆਇਆ ਛਤਰਾ। ਬਾਹਰ ਉਸੀ ਬੰਨਿਆ ਤੇ ਘਰ ਕੋਈ ਖੇਡ ਗਿਆ, ਛਤਰੇ ਨੂੰ ਛੱਡ ਕੇ ਤੇ ਬੰਨ ਕੋਈ ਭੇੜ ਗਿਆ। ਸਾਰਾ ਕੁਝ ਵੇਖ ਕੇ ਹੈਰਾਨ ਜਿਹਾ ਰਹਿ ਗਿਆ, ਇਹੋ ਕੁਝ ਸੋਚਦਾ ਮੈਂ ਮਿੱਟੀ ਉੱਤੇ ਬਹਿ ਗਿਆ। ਮੇਰੇ ਨਾਲ ਕਾਂ ਇੱਥੇ ਕਰਨਾ ਮਜ਼ਾਕ ਆ, ਮੈਂ ਕਿਹੜਾ ਕਿੱਲੇ ਉੱਤੇ ਬੰਨਿਆ ਬੁਰਾਕ ਆ। ਕਿਹੜਾ ਇੱਕੋ ਦਿਨ ਵਿੱਚ ਮੈਨੂੰ ਚੂਨਾ ਲਾ ਗਿਆ, ਹੋਸ਼ ਥੋੜ੍ਹੇ ਗੁੰਮ ਹੋਏ ਪਸੀਨਾ ਜਿਹਾ ਆ ਗਿਆ। ਬੜਾ ਔਖਾ ਆਪਣੇ ਮੈਂ ਆਪ ਨੂੰ ਸੰਭਾਲਿਆ, ਡਿੱਗਾ ਸੀ ਮੋਬਾਈਲ ਚਾਹ ਬੋਝੇ ਵਿੱਚ ਪਾ ਲਿਆ। ਥੋੜ੍ਹੀ ਦੇਰ ਬਾਅਦ ਮੈਂ ਦਿਮਾਗ ਨੂੰ ਝੰਜੋੜਿਆ, ਇੱਥੇ ਕਿਵੇਂ ਬੈਠਾ ਤੂੰ ਅਕਲਾਂ ਦੇ ਥੋੜਿਆ। ਨਾ ਉਹ ਮੇਰੀ ਭੇਡ ਨਾ ਸ਼ਹਿਜ਼ਾਦ ਕੋਈ ਚੋਰ ਸੀ, ਚੰਗੀ ਤਰ੍ਹਾਂ ਵੇਖਿਆ ਮੈਂ ਗਾਰੀ ਕੋਈ ਹੋਰ ਸੀ। ਅੱਜ ਕੱਲ੍ਹ ਪੰਜਾਬੀ ਜਿਹੜੇ ਸ਼ਾਇਰ ਨੇ ਸਾਡੀਆਂ ਸ਼ਾਦੀਆਂ ਵਿਆਹਾਂ 'ਤੇ ਜਿਹੜੇ ਮਹਿੰਦੀਆਂ ਹੁੰਦੀਆਂ ਉੱਥੇ ਮਾਸ਼ਾਅੱਲਾ ਬੜਾ ਅੱਛੀ ਰੌਣਕ ਲਾਉਂਦੇ ਨੇ, ਕਿਤੇ ਜਾਣ ਦਾ ਇਤਫਾਕ ਹੋਇਆ? ਯਾਰ ਮੈਂ ਜਾਣ ਤਾਂ ਕਾਫੀ ਵਾਰੀ ਮੈਂ ਮੁਸ਼ਾਇਰਿਆਂ 'ਤੇ ਗਿਆ, ਲੇਕਿਨ ਯਾਰ ਨਾ ਡਰਦਾ ਇਸ ਗੱਲੋਂ ਆ ਕਿ ਇੱਕ ਮੁਸ਼ਾਇਰੇ 'ਚ ਮੈਂ ਆਪਣੇ ਦੋਸਤ ਨੂੰ ਨਾ, ਸਾਡੇ ਕਰੀਬ ਹੀ ਸੀ ਮੁਸ਼ਾਇਰਾ ਸਾਹੀਵਾਲ ਤੋਂ ਨਾਲ ਹੀ, ਅਤੇ ਮੈਂ ਕਿਹਾ ਮੋਟਰਸਾਈਕਲ 'ਤੇ ਚਲੇ ਜਾਂਦੇ ਹਾਂ। ਸਾਡੇ ਕੋਲ ਸੀਗਾ ਦੂਸਰਾ ਹੋਂਡਾ ਦਾ 100 ਮੋਟਰਸਾਈਕਲ ਨਵਾਂ ਹੀ ਲਿਆ ਸੀ। 2 ਦੋਸਤ ਚਲੇ ਗਏ, ਕੁਛ 1000 ਰੁਪਇਆ ਮੇਰੇ ਕੋਲ ਅਮਾਊਂਟ ਸੀ, ਲੈ ਕੇ ਚਲੇ ਗਏ। ਉੱਥੋਂ ਮੈਨੂੰ ਵੇਲਾਂ ਹੋਈਆਂ, 21,000 ਰੁਪਇਆ ਬਣ ਗਿਆ ਸਾਡੇ ਕੋਲ। ਅਸੀਂ ਰਾਤ ਦੇ 3 ਵਜੇ ਆ ਰਹੇ ਹਾਂ, ਮੇਨ GT ਰੋਡ 'ਤੇ ਸਾਹੀਵਾਲ ਤੋਂ ਕ੍ਰਾਸ ਕੀਤਾ ਹੀ ਹੈ, ਅਤੇ ਸਾਨੂੰ ਜਨਾਬ ਅਲੀ ਪਿਸਤੌਲ ਲੈ ਕੇ ਚੜ੍ਹ ਗਏ 2 ਜਣੇ। ਸਾਡੇ ਵਹਿਮ ਗੁਮਾਨ 'ਚ ਨਹੀਂ ਸੀਗਾ ਵੀ ਇੱਥੇ ਕੰਮ ਹੋਣਾ। ਉਹਨਾਂ ਨੇ ਜਨਾਬ ਪਿਸਤੌਲ ਵੀ ਖਾ ਕੇ ਸਾਨੂੰ ਰੋਕਿਆ। ਮੈਂ ਤਾਂ ਡਰ ਗਿਆ ਵੀ ਯਾਰ ਨਾ ਆਪਣਾ ਮੇਰਾ ਮੋਟਰਸਾਈਕਲ ਹੀ ਖੁੱਸ ਜਾਏਗਾ ਸਾਰਾ ਕੁਝ, ਲੇਕਿਨ ਉਹਨਾਂ ਦੀ ਮਿਹਰਬਾਨੀ, ਉਹਨਾਂ ਨੇ ਉਤਰਿਆਂ ਨੇ 21,000 ਰੁਪਈਆ ਹੀ ਛਿਕ ਲਿਆ ਮੇਰੀ ਜੇਬ ਵਿੱਚੋਂ। ਇੱਧਰਲੀ ਇੱਧਰ ਕੋਟ ਸਾਨੂੰ ਸਾਰੇ ਖਿੱਚ ਲਏ। 2 ਮੋਬਾਈਲ ਹੀ ਸਾਡੇ ਲੈ ਗਏ। ਉਹ ਮੇਰੇ ਨਾਲ ਦੇ ਕੋਲ ਹੀ 600 ਨਿਕਲਿਆ, ਉਹ ਵੀ ਲੈ ਗਏ ਮੋਬਾਈਲ। ਉਹਨਾਂ ਨੇ ਕਿਹਾ ਉੱਥੇ ਪਏ ਹੋਣਗੇ, ਕੋਈ ਨਾ। ਅਸੀਂ ਲੱਭ ਕੇ ਕੋਈ ਨਹੀਂ। ਸੁਬਹ ਫਿਰ ਪਰਚਾ ਦਰਜ ਕਰਾਇਆ, ਕੌਣ ਲੱਭਦਾ ਹੀ, ਮੋਬਾਈਲ ਹੀ ਗਏ, ਪੈਸੇ ਹੀ ਗਏ, ਲੇਕਿਨ ਸ਼ੁਕਰ ਅਲਹਮਦੁਲਿਲਾ ਮੇਰਾ ਮੋਟਰਸਾਈਕਲ ਬਚ ਗਿਆ। ਇਸ ਵਾਸਤੇ ਮੈਂ ਜਿਹੜੇ ਬਾਹਰ ਦੇ ਮੁਸ਼ਾਇਰੇ ਨੇ ਨਾ, ਉਹ ਰਾਤ ਗਏ ਜਾਂ ਤਾਂ ਉੱਥੇ ਹੀ ਸਹਿ ਜਾਈਦਾ ਕਰਕੇ ਮੁਸ਼ਾਇਰਾ, ਵਾਪਸ ਨਹੀਂ ਆਈਦਾ। ਉਸ ਤੋਂ ਬਾਅਦ ਫਿਰ ਮੈਂ ਵਾਪਸ ਨਹੀਂ ਆਇਆ, ਜਾਂ ਤਾਂ ਉਹਨਾਂ ਨੂੰ ਡੀਲ ਕੀਤੀ ਕਿ ਮੈਂ ਜਦੋਂ ਮੁਸ਼ਾਇਰਾ ਪੜ੍ਹਾਂਗਾ ਨਾ ਮੈਂ ਸੌਣਾ ਉੱਥੇ ਹੀ। ਇਸ ਤਰ੍ਹਾਂ ਜਿਹੜੀ ਕੋਈ ਲੇਟੈਸਟ ਸ਼ਾਇਰੀ ਜਿਹੜੀ ਕੋਈ ਅੱਧਾ ਘੰਟਾ ਪਹਿਲੇ ਲਿਖੀ ਹੋਵੇ? ਮੈਂ ਜਿਹੜੀ ਲੇਟੈਸਟ ਲਿਖੀ ਆ, ਮੈਂ ਦੁਨੀਆ ਨਿਊਜ਼ ਵਾਸਤੇ ਲਿਖੀ ਸੀ, ਲੇਕਿਨ ਦੁਨੀਆ ਨਿਊਜ਼ 'ਤੇ ਟਾਈਮ ਕੰਮ ਸੀਗਾ, ਅਤੇ ਉਹਨਾਂ ਨੇ ਮੈਨੂੰ ਕਿਹਾ ਇਹ ਤੁਸੀਂ ਨਾ ਪੜ੍ਹੋ। ਫਿਰ ਮੈਨੂੰ ਦੁਬਾਰਾ ਉਹ ਪੜ੍ਹਨੀ ਪਈ ਜਿਹੜੀ ਕਿ ਅੱਗੇ ਮੈਂ ਚੈਨਲਾਂ 'ਤੇ ਪੜ੍ਹਦਾ ਸੂੰ। ਮੇਰੀ ਗੱਲ ਤੂੰ ਕੋਈ ਵੀ ਸ਼ੋਹਰ ਰੇਂਜ ਨਾ ਨਿਕਲੇ, ਇਹ ਮੈਂ ਫਿਰ ਉੱਥੇ ਪੜ੍ਹੀ। ਜਿਹੜੀ ਮੈਂ ਲੇਟੈਸਟ ਲਿਖ ਕੇ ਗਿਆ ਸੂ ਕਿ
ਪਿੰਡ ਮੇਰੇ ਵਿੱਚ ਇੱਕ ਬੈਠਦਾ ਸੀ ਡਾਕਟਰ, ਉਹ ਸੀ ਵਜੂਦ ਦੀਆਂ ਮਰਜ਼ਾਂ ਦਾ ਮਾਸਟਰ। ਹਰ ਇੱਕ ਪੀੜ ਦਾ ਇਲਾਜ ਉਹ ਸੀ ਕਰਦਾ, ਨਾ ਹੀ ਵਿਚਾਰਾ ਬਹੁਤ ਪੈਸਿਆਂ ਤੇ ਮਰਦਾ। ਇਸੇ ਵਜ੍ਹਾ ਨਾਲ ਉਹਦੇ ਕੋਲ ਬੜਾ ਰਸ਼ ਸੀ, ਹਰ ਵੇਲੇ ਰੱਖਦਾ ਉਹ ਬੜੀ ਲਸ਼ਪਸ਼ ਸੀ। ਨਾਲ ਦੀ ਦੁਕਾਨ ਵਾਲਾ ਨਲਕੇ ਸੀ ਜੋੜਦਾ, ਸਾਰਾ ਦਿਨ ਵਿਹਲਾ ਬਹਿ ਕੇ ਰੋਟੀਆਂ ਤਰੋੜਦਾ। ਇੱਥੋਂ ਹੀ ਖਿਆਲਾਂ ਉਹਨੂੰ ਆਣ ਕੇ ਦਬੋਚਿਆ। ਕੰਮ ਇਹ ਕਲੀਨਿਕ ਵਾਲਾ ਉਸ ਵਿੱਚ ਸੋਚਿਆ, ਪੈਸੇ ਪੂਸੇ ਫੜ ਕੇ ਦਵਾਈਆਂ ਰੱਖ ਲਈਆਂ ਉਸ, ਜ਼ੇਨ 'ਚ ਲੰਮੀਆਂ ਕਮਾਈਆਂ ਰੱਖ ਲਈਆਂ ਉਸ। ਭੁੱਲੇ ਚੁੱਕੇ ਉਸ ਤੇ ਮਰੀਜ਼ ਆਉਣ ਲੱਗ ਪਏ, ਬੋਲਣੇ ਦੇ ਉਹਨੂੰ ਵੀ ਤਮੀਜ਼ ਆਉਣ ਲੱਗ ਪਏ। ਪਹਿਲਾ ਕਾਰੋਬਾਰ ਵੀ ਸੀ ਜ਼ੇਨ 'ਚ ਚੱਲਦਾ, ਮੂੰਹ ਵਿੱਚੋਂ ਬਾਰ-ਬਾਰ ਨਲਕਾ ਨਿਕਲਦਾ। ਬੁੱਢੜਾ ਮਰੀਜ਼ ਇੱਕ ਡਾਹ ਆਣ ਚੜਿਆ, ਹਾਏ ਹਾਏ ਕਰਦਾ ਕਲੀਨਿਕ 'ਚ ਵੜਿਆ। ਆਖਦਾ ਪੁੱਤਰਾ ਡਾਕਟਰ ਤੂੰ ਏ, ਅੱਜ ਮੇਰੇ ਪੇਟ ਵਿੱਚ ਬੜੀ ਗੂੰ ਗੂੰ ਏ। ਆ ਵੇਖਣ ਬਸ ਮੈਨੂੰ ਕੀ ਹੋ ਗਿਆ ਏ, ਬੜਾ ਔਖਾ ਅੱਜ ਮੇਰਾ ਜੀ ਹੋ ਗਿਆ ਏ। ਨਾਲ ਹੀ ਅਤਾਈ ਦਾ ਉਹ ਕੀੜਾ ਫਿਰ ਜਾ ਗਿਆ, ਜ਼ੇਨ 'ਚ ਨਲਕੇ ਦਾ ਕਾਰੋਬਾਰ ਆ ਗਿਆ। ਚਾਹ ਲਿਆ ਰਹਿ ਚੋ ਛੱਡੀ ਚ ਨਮਾਜ਼ੇ, ਬੋਲਿਆ ਤੁਹਾਨੂੰ ਬਸ ਇੱਕੋ ਹੀ ਮਰਜ਼ ਹੈ। ਚਾਹ ਲਿਆ ਰਹਿ ਚੋ ਛੱਡੀ ਚ ਨਮਾਜ਼ੇ, ਬੋਲਿਆ ਤੁਹਾਨੂੰ ਬਸ ਇੱਕੋ ਹੀ ਮਰਜ਼ ਹੈ। ਜਿਹੜੀ ਕਿ ਪੁਰਾਣੀ ਤੇ ਚਿਰੋਕੀ ਪੈਣ ਵਾਲੀ ਹੈ, ਬਾਬਾ ਜੀ ਤੁਹਾਡੇ ਵਿੱਚ ਬੋਕੀ ਪੈਣ ਵਾਲੀ ਹੈ। ਫਿਰ ਸ਼ਹਿਜ਼ਾਦ ਕੁਝ ਪਾਣੀ ਤੁਸੀਂ ਚੱਕਣਾ ਹੈ, ਬਸ ਕੁਝ ਦਿਨ ਹਬਕਾਰਿਆਂ ਤੋਂ ਬਚਣਾ ਹੈ। ਮਾਸ਼ਾਅੱਲਾ ਬੜੀ ਦੇਰ ਹੋ ਗਈ ਹੈ ਸ਼ਾਇਰੀ ਕਰਦੇ ਹੋਇਆ, ਕਿੰਨੀਆਂ ਕਿਤਾਬਾਂ ਲਿਖ ਚੁੱਕੇ ਹੋ? ਕਿਤਾਬਾਂ ਮੇਰੀਆਂ ਅਗਰ ਤੁਸੀਂ ਆ ਜਾਓ ਮੇਰੇ ਆਸਤਾਨੇ ਤੇ ਕਿਤਾਬਾਂ ਪਈਆਂ ਨੇ। ਕੋਈ ਸੁਪਰ ਤੇ ਬਿਸਕਟਾਂ ਦੇ ਡੱਬੇ ਤੇ ਲਿਖੀਆਂ ਨੇ, ਕੋਈ ਸਿਗਰਟਾਂ ਦੇ ਗੱਤਿਆਂ ਤੇ ਲਿਖੀਆਂ ਨੇ। ਕਿਤਾਬਾਂ ਦਾ ਸ਼ੌਕ ਨਹੀਂ, ਸ਼ੁਰੂ ਤੋਂ ਹੀ ਸ਼ੌਕ ਮੈਨੂੰ ਚੈਨਲ ਤੱਕ ਜਾਣ ਦਾ। ਉਹਨੂੰ ਮੈਂ ਅਬੂਰ ਕਰ ਮੰਜ਼ਲ ਤੱਕ ਪਹਿਲਾ ਕਦਮ ਮੇਰਾ ਹੋ ਗਿਆ। ਇਨਸ਼ਾਅੱਲਾ ਉਹ ਮੰਜ਼ਲ ਪਹੁੰਚ ਵੀ ਜਾਵਾਂਗਾ। ਤਾਂ ਮੇਰੀ ਕੋਈ ਕਿਤਾਬ ਅਜੇ ਤੱਕ ਨਹੀਂ, ਔਰ ਨਾ ਹੀ ਮੇਰਾ ਇਰਾਦਾ ਹੈ ਕਿ ਮੈਂ ਕੋਈ ਕਿਤਾਬ ਲਿਖਣੀ। ਮੇਰੀ ਸ਼ੌਕ ਨਹੀਂ ਕਿਤਾਬ ਲਿਖਣਾ। ਮੈਂ ਜਿਤਨੀ ਸ਼ਾਇਰੀ ਲਿਖਣਾ, ਗੱਤਿਆਂ ਡੱਬਿਆਂ ਇਹਨਾਂ ਚੀਜ਼ਾਂ ਤੇ ਮੇਰੀ ਪਈ ਹੈ। ਤੇ ਮੈਂ ਤਾਂ ਯਕੀਨ ਜਾਣੋ ਤੁਹਾਡੇ ਆਉਣ ਤੋਂ ਪਹਿਲੇ ਇੱਕ 50 ਰੁਪਏ ਦਾ ਪਹਿਲੀ ਜ਼ਿੰਦਗੀ ਦਸਤਾ ਲਿਆ ਜੇ। ਉਸ ਤੇ ਮੈਂ ਕੁਛ ਮੁਰਤਬ ਕੀਤੀਆਂ। ਮੈਂ ਕਿ ਯਾਰ ਕੋਈ ਚੀਜ਼ ਵਿਖਾਣੀ ਪੈ ਜਾਂਦੀ, ਭੁੱਲ ਜਾਂਦਾ ਬੰਦਾ। ਉਹ ਮੈਂ ਰਾਤੀ ਉਸ 'ਤੇ ਨਜ਼ਮਾਂ 2-4 ਲਿਖੀਆਂ। ਫਿਰ ਮੈਂ ਛੱਡ ਆਇਆ ਵੀ ਮੈਂ ਅੱਗੇ ਜ਼ਿੰਦਗੀ 'ਚ ਕਿਸੇ ਚੈਨਲ ਤੱਕ ਵੀ ਮੈਂ ਕੋਈ ਚੀਜ਼ ਨਹੀਂ ਲੈ ਗਿਆ। ਅੱਜ ਵੀ ਮੈਂ ਰਿਕਾਰਡ ਨਾ ਤੋੜਾਂ। ਲਿਹਾਜ਼ਾ ਹਰ ਸ਼ੈ ਮੈਨੂੰ ਯਾਦ ਹੈ, ਜਿਹੜੀ ਉਹਨਾਂ ਨੇ ਕਹੀ ਮੈਂ ਸੁਣਾ ਦਿਆਂਗਾ। ਕਿਤਾਬ ਮੈਂ ਨਾ ਲਿਖੀ ਤੇ ਨਾ ਲਿਖਣੀ। ਸ਼ਹਿਜ਼ਾਦ ਭਾਈ, ਹਰ ਕਾਮਯਾਬ ਮਰਦ ਦੇ ਪਿੱਛੇ ਜਾਂ ਇੱਕ ਔਰਤ ਦਾ ਹੱਥ ਹੈ ਜਾਂ ਉਹਦੇ ਕਾਮਯਾਬ ਦੋਸਤ ਦਾ ਹੱਥ ਹੁੰਦਾ। ਆਪਣੇ ਸਭ ਤੋਂ ਅੱਛੇ ਦੋਸਤ ਕੌਣ ਨੇ? ਮੇਰੇ ਸਭ ਤੋਂ ਅੱਛੇ ਦੋਸਤ ਨੇ ਜਿਹੜੇ ਡਾਕਟਰ ਮੁਹੰਮਦ ਅਕਰਮ ਔਰ ਮੌਲਵੀ ਅਜ਼ਹਰ ਸਾਹਿਬ ਨੇ। ਇੱਥੇ ਮੇਰੇ ਇੱਕ ਦੋਸਤ ਫੌਤ ਹੋ ਗਏ ਨੇ, ਹਕ ਨਿਵਾਜ਼ ਸਾਹਿਬ, ਉਹ ਵੀ ਮੇਰੇ ਬਹੁਤ ਅੱਛੇ ਦੋਸਤ ਹਨ। ਅਤੇ ਦੋਸਤਾਂ ਦਾ ਵੀ ਬੜਾ ਹੱਥ ਹੈ। ਹੁਣ ਵੀ ਮੈਂ ਜਿਹੜੀ ਲਿਖਣਾ ਨਾ, ਕਿਉਂਕਿ ਮੇਰਾ ਉਸਤਾਦ ਇਸ ਟਾਈਮ ਮੈਂ ਕਿਸੇ ਕੋਲ ਸ਼ਾਇਰ ਕੋਲ ਨਹੀਂ ਕੋਈ ਚੀਜ਼ ਕਰੈਕਸ਼ਨ ਕਰਾਉਂਦਾ। ਜਦੋਂ ਵੀ ਮੈਂ ਲਿਖਣਾ ਮੈਂ ਡਾਕਟਰ ਸਾਹਿਬ ਲਈ ਭੇਜਣਾ, ਮੌਲਵੀ ਸਾਹਿਬ ਲਈ ਭੇਜਣਾ ਕਿ ਮੈਂ ਇਹ ਲਿਖਿਆ, ਇਹਦੇ 'ਚ ਕੋਈ ਕਰੈਕਸ਼ਨ ਕਰੋ। ਅਤੇ ਉਹ ਫਿਰ ਮੈਨੂੰ ਦੱਸਦੇ ਨੇ। समझो तो मेरे दोस्त भी ने थे और उस्ताद। डॉक्टर साहब की जी अल्लाह पाक दा शुक्र, आप सुना? अलहमदुलिल्लाह। डॉक्टर साहब ਤੁਹਾਡੇ ਬੜੇ ਹੀ ਅੱਛੇ ਦੋਸਤ ਸ਼ਹਿਜ਼ਾਦ ਖਾਨ ਪੀਕੇ, ਤੁਹਾਡਾ ਉਹਨਾਂ ਨੇ ਨਜ਼ਮ ਜਬ ਜ਼ਿਕਰ ਕਰਤਾ ਵਾ ਤੇ ਤੁਸੀਂ ਆਪਣੇ ਦੋਸਤ ਦੇ ਬਾਰੇ ਕੀ ਕਹੋਗੇ? ਇਹ ਜਨਾਬ ਸ਼ਹਿਜ਼ਾਦ ਖਾਨ ਪੀਕੇ ਸਾਹਿਬ ਸਾਡੇ ਪਿੰਡ ਦਾ ਸਰਮਾਇਆ, ਸਾਡੇ ਇਲਾਕੇ ਦੀ ਸ਼ਾਨ ਨੇ ਔਰ ਇੱਕ ਪਹਿਚਾਨ ਨੇ ਔਰ ਇੱਕ ਮਜ਼ਾਹੀਆ ਸ਼ਾਇਰ ਨੇ ਔਰ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਵੀ ਛਾੜਦੇ ਨੇ ਤੇ ਮਾਸ਼ਾਅੱਲਾ ਬਹੁਤ ਅੱਛੇ ਦੋਸਤ ਨੇ। ਤੁਹਾਡੇ ਸਭ ਤੋਂ ਅੱਛੇ ਦੋਸਤ ਨੇ, ਤੁਸੀਂ ਵੀ ਉਹਨਾਂ ਦੇ ਸਭ ਤੋਂ ਅੱਛੇ ਦੋਸਤ ਨੇ, ਤੁਹਾਨੂੰ ਇਸ ਦੋਸਤ ਤੇ ਫਖਰ ਹੁੰਦਾ? ਜੀ ਬਿਲਕੁਲ, ਬਹੁਤ ਜ਼ਿਆਦਾ ਫਖਰ। ਮੈਂ ਕਹਿੰਦਾ ਇੰਨਾ ਮੈਨੂੰ ਕਿਸੇ ਤੇ ਫਖਰ ਨਹੀਂ ਜਿੰਨਾ ਕਿ ਮੈਨੂੰ ਇਹਨਾਂ ਤੇ ਫਖਰ ਹੈ। ਟੀਵੀ ਚੈਨਲ ਤੇ ਦੇਖ ਕੇ ਕਿਹਦਾ ਲੱਗਦਾ? ਬਹੁਤ ਮਜ਼ਾ ਆਉਂਦਾ, ਬਹੁਤ ਖੁਸ਼ੀ ਹੁੰਦੀ ਹੈ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਸਾਡੇ ਦੋਸਤ ਨੇ ਚਲੋ ਇੱਕ ਮੁਕਾਮ ਤੇ ਪਹੁੰਚੇ ਨੇ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਦੋਸਤ ਦਾ ਰਿਸ਼ਤਾ ਬਹੁਤ ਅੱਛਾ ਰਿਸ਼ਤਾ ਬਣਾਇਆ ਗਿਆ ਹੈ, ਦੇਖਣ ਵਾਲਿਆਂ ਦੇ ਨਾਮ ਕੀ ਪੈਗਾਮ ਦਿਓਗੇ? ਦੋਸਤੀ ਦੀ ਅਹਿਮੀਅਤ ਕੀ ਹੈ? सर मैं कहना कि अगर अच्छा दोस्त है ना, हज़रत मौला अली इस्लाम का फरमान है कि अगर थोड़े अच्छे और मुखलिस दोस्त ने ना और तुसी जिंदगी कभी गरीब नहीं हो सकते। और ये अच्छे दोस्त की यही पहचान है कि तुहानू कभी भी किसी मुश्किल च ना मतलब तुहानू मायूस नहीं करेगा। शहजाद खान वास्ते कोई दो लफ्ज़? शहजाद खान साहब एक जिंदा दिल शख्सियत ने और बहुत अच्छे इंसान ने। अल्लाह पाक इन्हें हमेशा सलामत रखे, हंसदा मुस्कुरांदा रखे। शहजाद भाई, ਅੱਜ ਦੇ ਪ੍ਰੋਗਰਾਮ ਦਾ ਮੇਰਾ ਆਖਰੀ ਸਵਾਲ, ਦੇਖਣ ਵਾਲਿਆਂ ਦੇ ਨਾਮ ਜਿਹੜੇ ਸਾਡੇ ਨਵੇਂ ਸ਼ਾਇਰ ਆ ਰਹੇ ਨੇ ਪੰਜਾਬੀ ਦੇ, ਉਹਨਾਂ ਦੇ ਨਾਮ ਕੀ ਪੈਗਾਮ ਦਿਓਗੇ? ਪੈਗਾਮ ਮੇਰਾ ਇਹ ਹੈ ਕਿ ਜਿਹੜੇ ਸ਼ਾਇਰ ਆ ਰਹੇ ਨੇ, ਇੱਕ ਤਾਂ ਖੁਸ਼ੀ ਹੁੰਦੀ ਕਿ ਬਹੁਤ ਅੱਛੇ ਬੱਚੇ ਆ ਰਹੇ ਨੇ ਇਸ ਸ਼ਾਇਰੀ 'ਚ, ਲੇਕਿਨ ਮੈਨੂੰ ਥੋੜ੍ਹਾ ਜਿਹਾ ਦੁੱਖ ਇਹ ਵੀ ਹੈ ਕਿ ਅਸੀਂ ਪੰਜਾਬੀ ਨੂੰ ਥੋੜ੍ਹਾ ਛੱਡ ਦਿੱਤਾ। ਸਾਨੂੰ ਚਾਹੀਦਾ ਹੈ ਕਿ ਮਾਂ ਬੋਲੀ ਪੰਜਾਬੀ ਅਸੀਂ ਇਹਨੂੰ ਇਸਤੇਮਾਲ ਕਰੀਏ, ਬੋਲੀਏ। ਹਰ ਲਹਿਜਾ, ਹਰ ਨਜ਼ਮ, ਹਰ ਗਜ਼ਲ ਜਿਹੜੀ ਸਾਡੀ ਪੰਜਾਬੀ 'ਚ, ਇਹਨੂੰ ਥੋੜ੍ਹਾ ਜਿਹਾ ਪਿੱਛੇ ਜਾ ਰਹੀ। ਜਿਸ ਤਰ੍ਹਾਂ ਕਿ ਚੜ੍ਹਦੇ ਪੰਜਾਬ ਵਾਲਿਆਂ ਨੇ ਪੰਜਾਬੀ ਨੂੰ ਆਪਣਾ ਓੜਨਾ ਵਿਛੋਣਾ ਬਣਾਇਆ, ਅਤੇ ਸਾਨੂੰ ਵੀ ਪੰਜਾਬੀ ਵਾਸਤੇ ਕਮ ਸੇ ਕਮ ਜਿਹੜਾ ਅਸੀਂ ਲਿਖੀਏ ਪੰਜਾਬੀ ਸੋਚ 'ਚ ਲਿਖੀਏ, ਪੰਜਾਬੀ ਲਬੋ ਲਹਿਜਾ 'ਚ ਲਿਖੀਏ। ਅਤੇ ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਅਸੀਂ ਜਾਣਾ ਕਿੱਥੇ? ਅਸੀਂ, ਮੇਰਾ ਰਿਕੁਐਸਟ ਹੈ, ਮੇਰਾ ਮੈਸੇਜ ਹੈ ਕਿ ਪੰਜਾਬੀ ਲਿਖੋ, ਪੰਜਾਬੀ ਪੜ੍ਹੋ ਔਰ ਪੰਜਾਬੀ ਬੋਲੋ।
ਮਾਂ ਬੋਲੀ ਤੋਂ ਦੂਰ ਜਾ ਕੇ ਮੇਰਾ ਖਿਆਲ ਹੈ ਕਿ ਐਵੇਂ ਅਪ ਟੂ ਡੇਟ ਬਣਨ ਦੀ ਕੋਈ ਏਡੀ ਜ਼ਰੂਰਤ ਨਹੀਂ ਹੈ। ਮਾਂ ਬੋਲੀ ਪੰਜਾਬੀ ਨੂੰ ਹੀ ਆਪਣੇ ਸਿਰ ਦਾ ਗਹਿਣਾ ਬਣਾਓ ਔਰ ਇਹਦੇ ਤੇ ਹੀ ਕੰਮ ਕਰੋ। ਸ਼ਹਿਜ਼ਾਦ ਭਾਈ, ਇਹ ਸਾਡੇ ਪ੍ਰੋਗਰਾਮ ਦਾ ਪਹਿਲਾ ਹਿੱਸਾ ਅੱਜ ਔਨ 에ਅਰ ਹੋ ਰਿਹਾ ਹੈ, ਦੂਸਰਾ ਹਿੱਸਾ ਬਹੁਤ ਜਲਦ ਔਨ 에ਅਰ ਹੋਏਗਾ। ਦੂਸਰਾ ਹਿੱਸਾ ਜਿਹੜਾ ਕਮਿੰਗ ਸੂਨ, ਉਹਦੇ ਵਾਸਤੇ ਕੀ ਕਹੋਗੇ? ਕਮਿੰਗ ਸੂਨ ਤੁਹਾਡਾ ਜਿਹੜਾ ਇੰਟਰਵਿਊ ਉਹਦੇ ਵਾਸਤੇ ਮੇਰੇ ਕੋਲ ਕਾਫੀ ਮਵਾਦ ਹੈ, ਮਾਲ ਹੈ। ਉਹਦੇ ਵਿੱਚ ਜਿਹੜਾ ਮੇਰੀ ਪਾਕਿਸਤਾਨ ਵਿੱਚ ਮੇਰੇ ਖਿਆਲ ਹੈ ਕਿ ਅੱਜ ਤੱਕ ਕਿਸੇ ਨੇ ਖਿਆਲ ਨਹੀਂ ਰੱਖਿਆ ਇਸ ਚੀਜ਼ ਦਾ, ਉਸ ਖਿਆਲ ਨੂੰ ਮੈਂ ਆਪਣੀ ਨਜ਼ਮ ਵਿੱਚ ਬਣਾਇਆ ਹੈ। ਉਹਦਾ ਨਾਂ ਹੈ ਖੋਤੀ। ਅਤੇ ਖੋਤੀ ਅਤੇ ਮੱਝ ਦੀ ਜਿਹੜੀ ਹੈ ਨਾ ਮਕਾਲਮਾ ਲੜਾਈ ਇਹ ਹੈ। ਅਤੇ ਇਹਦੇ ਵਿੱਚ ਕੁਝ ਦਿਨ ਪਹਿਲੇ ਇੱਕ ਵੇਖਿਆ ਮੈਂ ਮਾਜਰਾ, ਖੜਾ ਸਾ ਕੁਤਰਦਾ ਮੈਂ ਟੋਕੇ ਉੱਤੇ ਬਾਜਰਾ, ਨਾਲ ਵਾਲੀ ਖੁਰਲੀ ਤੇ ਬੰਨੀ ਹੋਈ ਖੋਤੀ ਸੀ, ਖੋਤੀ ਕਿਸੇ ਗੱਲ ਤੇ ਚੁੱਪ ਜੀ ਖੜੋਤੀ ਸੀ, ਖੁਰਲੀ ਦੇ ਦੂਏ ਪਾਸੇ ਮੱਝ ਕਵੜੀਲ ਖੜੀ। ਅੱਜ ਦਾ ਪ੍ਰੋਗਰਾਮ ਆਪਦੇ ਅਖਤਾਮ ਨੂੰ ਪਹੁੰਚ ਰਿਹਾ, ਪਹਿਲਾ ਹਿੱਸਾ ਇਸ ਪ੍ਰੋਗਰਾਮ ਦਾ। ਤੇ ਤੁਸੀਂ ਜਿਹੜੇ ਦੇਖਣ ਵਾਲੇ ਲੋਕ ਨੇ, ਜਿਹੜੇ ਤੁਹਾਨੂੰ ਆਪਣੇ ਸ਼ਾਦੀ ਵਿਆਹਾਂ 'ਤੇ ਬੁਲਾਉਣਾ ਚਾਹਣ, ਕਿਆ ਉੱਥੇ ਜਾਣਾ ਪਸੰਦ ਕਰੋਗੇ ਤੇ ਆਪਣਾ ਨੰਬਰ ਦੱਸੋਗੇ? ਸ਼ਾਦੀ ਵਿਆਹ ਮੇਲੇ ਤਾਂ ਫਿਰ ਮੇਰੀ ਜ਼ਿੰਦਗੀ ਦਾ ਹਿੱਸਾ ਨੇ, ਮੈਂ ਕਾਫੀ ਕੀਤੀ ਖੜਾ ਅਤੇ ਹੁਣ ਮੈਂ ਚੈਨਲ ਤੱਕ ਪਹੁੰਚਿਆ ਇਹਨਾਂ ਦੇ ਥਰੂ ਕਿ ਇੱਥੋਂ ਮੈਨੂੰ ਮਸ਼ਹੂਰੀ ਹੋਈ ਅਤੇ ਫਿਰ ਮੈਂ ਚੈਨਲ ਤੱਕ ਪਹੁੰਚਿਆ। ਸ਼ਾਦੀ ਬੇਸਿਕ ਮੇਰਾ ਇੱਥੋਂ ਹੀ ਸ਼ੁਰੂਆਤ ਹੈ। ਅਤੇ ਮੈਂ ਨੰਬਰ ਮੇਰਾ 0308 69 17 505 ਅਤੇ 0312 65 15 505 ਇਹ WhatsApp ਵੀ ਨੇ ਔਰ ਦੂਸਰੇ ਨੰਬਰ ਵੀ ਨੇ। ਤੁਸੀਂ ਇਹਨਾਂ 'ਤੇ ਕਾਲ ਕਰਕੇ ਮੈਨੂੰ ਇਨਵਾਈਟ ਕਰ ਸਕਦੇ ਜੇ ਆਸਾਨੀ ਨਾਲ। ਅਲਹਮਦੁਲਿਲਾ ਕੋਈ ਐਸਾ ਪੈਸੇ ਦਾ ਇਸ਼ੂ ਮੇਰਾ ਮਸਲਾ ਕੋਈ ਨਹੀਂ, ਮੈਨੂੰ ਅੱਲਾ ਨੇ ਰਿਜ਼ਕ ਦੇਣਾ ਔਰ ਦੇ ਰਿਹਾ। ਬਾਕੀ ਮੇਰਾ ਤਾਲਕ ਹੜੱਪਾ ਤੋਂ ਹੈ, ਕਰੀਬ ਤਰੀਨ ਤੋਂ ਹੋਇਆ ਤਾਂ ਬਿਲਕੁਲ ਮੁਫਤ ਆ। ਜੇ ਥੋੜ੍ਹਾ ਜਿਹਾ ਦੂਰ ਹੋਇਆ ਤੁਹਾਡੇ ਥੋੜ੍ਹੇ ਜਿਹੇ ਪੈਸੇ ਲੱਗਣਗੇ ਮੈਨੂੰ ਦੇਣ ਵਾਸਤੇ ਕਿਰਾਇਆ, ਅਤੇ ਮੈਂ ਇਨਸ਼ਾਅੱਲਾ ਤੁਹਾਡੀ ਹਰ ਖੁਸ਼ੀ ਔਰ ਹਰ ਮੇਲੇ 'ਤੇ ਪਹੁੰਚਾਂਗਾ ਜਿਹੜੇ ਮੈਨੂੰ ਬੁਲਾਉਣਗੇ। ਆਖਰੀ ਸ਼ੇਰ? ਆਖਰੀ ਸ਼ੇਰ ਥੋੜ੍ਹਾ ਜਿਹਾ ਪੰਜਾਬੀ ਨੂੰ ਬਹੁਤ ਜ਼ਿਆਦਾ ਢੀਠ ਜੀ ਪੰਜਾਬੀ ਇਹਦੇ ਵਿੱਚ ਕਿ ਜਿੱਥੋਂ ਲੂ ਲੈਣਾ ਲੂਆ ਛੁੱਟ ਪਾਉਂਦਾ ਹੈ, ਗਲ ਪਾਏਗੀ ਅਜਬ ਕਹਾਣੀ। ਜਿੱਥੋਂ ਲੂ ਲੈਣਾ ਲੂਆ ਛੁੱਟ ਪਾਉਂਦਾ ਹੈ, ਗਲ ਪਾਏਗੀ ਅਜਬ ਕਹਾਣੀ। ਜਿਹਦੀ ਲੂ ਲਈ ਹਾਏ ਉਸੇ ਲੂ ਲਿਆ ਹੈ, ਉਹਦੀ ਇਹ ਹੈ ਪਿਆਰ ਨਿਸ਼ਾਨੀ। ਤੇ ਲੂ ਲੂ ਕੇ ਲਹੂ ਕੱਢ ਬਾਨਾ ਹਾਂ, ਅੱਖ ਰੋ ਰੋ ਹੋ ਗਈ ਕਾਣੀ। ਸ਼ਹਿਜ਼ਾਦ ਹੁਣ ਜ਼ਿੰਦਗੀ ਮੁੱਕ ਗਈ ਏ, ਨਾ ਹੀ ਮੁੱਕੀ ਏ ਖੁਰਾਕ ਪੁਰਾਣੀ। ਅੱਜ ਨਾਜ਼ਰੀਨ, ਟੀ ਵਾਈਸ ਆਫ ਪੰਜਾਬ ਦੇ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਵਿੱਚ ਮਹਿਵੇ ਗੁਫ਼ਤਗੂ ਸੀ ਮੁਹਤਰਮ ਜਨਾਬ ਸ਼ਹਿਜ਼ਾਦ ਖਾਨ ਪੀਕੇ ਸਾਹਿਬ। ਇਹਨਾਂ ਦਾ ਬਹੁਤ ਸ਼ੁਕਰੀਆ, ਇਹਨਾਂ ਨੇ ਆਪਦਾ ਕੀਮਤੀ ਟਾਈਮ ਵਾਇਸ ਆਫ ਪੰਜਾਬ ਤੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਲੋਕਾਂ ਨੂੰ ਦਿੱਤਾ। ਅੱਜ ਦਾ ਇਹ ਪ੍ਰੋਗਰਾਮ ਸਾਡਾ ਵਾਈਂਡ ਅਪ ਹੋਣ ਜਾ ਰਿਹਾ ਤੇ ਦੂਸਰਾ ਕਮਿੰਗ ਸੂਨ ਦੇ ਵਿੱਚ ਇਨਸ਼ਾਅੱਲਾ ਜਿਹੜੀ ਇਹਨਾਂ ਦਾ ਨਵਾਂ ਪ੍ਰੋਗਰਾਮ ਆ ਰਿਹਾ ਖੋਤੀ ਦੇ ਨਾਮ ਤੋਂ, ਉਹ ਵੀ ਤੁਹਾਨੂੰ ਸੁਣਾਵਾਂਗੇ। ਸ਼ਹਿਜ਼ਾਦ ਖਾਨ ਪੀਕੇ ਸਾਹਿਬ ਦਾ ਨੰਬਰ ਸਾਡੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ। ਆਪਣੇ ਸ਼ਾਦੀ ਵਿਆਹਾਂ ਤੇ ਬੁਲਾਓ ਔਰ ਸਾਡੇ ਪੰਜਾਬੀ ਵਿਰਸਾ ਤੇ ਪੰਜਾਬੀ ਕਲਚਰ ਨੂੰ ਪ੍ਰਮੋਟ ਕਰੋ। ਟੀ ਵਾਈਸ ਆਫ ਪੰਜਾਬ ਬਹੁਤ ਜਲਦ ਮਿਲੇਗੀ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਪੰਜਾਬ ਦੀ ਇੱਕ ਨਵੀਂ ਸ਼ਖਸੀਅਤ ਦੇ ਨਾਲ। ਆਪਣਾ ਖਿਆਲ ਰੱਖਿਓ। ਟੀ ਵਾਈਸ ਆਫ ਪੰਜਾਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।